ਤੁਸੀਂ ਇਸ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਇੱਕ ਕਿਸਾਨ ਦਾ ਲੀਗਲ ਰਾਈਟ ਜਿਹੜਾ ਉਹਦਾ ਲੀਗਲ ਕੋਰਟ ਤੱਕ ਜਾਣ ਦਾ ਜਿਹੜਾ ਹੱਕ ਹੀ ਖੋਲਿਆ ਹੈ। ਇਹ ਨਾ ਹੋਵੇ ਕਿ ਜਿਹੜੀ ਸਾਡੇ ਹਮ ਉਮਰ ਆ, ਸਾਡੇ ਸਾਥੀ ਆ, ਸਾਡੇ ਦੋਸਤ ਨੇ ਜਿਨ੍ਹਾਂ ਨੇ ਅੱਜ ਭਗਵੇਂ ਦੀ ਜਾਂ ਕਹਿ ਲਓ ਕਿ ਬੀਜੇਪੀ ਦੀ ਪੱਟੀ ਅੱਖਾਂ 'ਤੇ ਬੰਨ੍ਹ ਲਈ ਹੈ। ਸੋ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਦੇਖੋ ਜੀ 100 ਸਾਲ ਲੱਗ ਜਾਣੇ ਤੁਹਾਨੂੰ ਵੀ ਲਾਉਣ, ਜਿਹੜੇ ਲੋਕੀ ਇਹਦੇ ਅਗੇਂਸਟ ਆ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਆ। ਇਹ ਬੇਸਿਕਲੀ ਇਹ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ, ਇਹ ਉਸ ਸਰਕਾਰ ਦਾ ਮੁੱਦਾ ਹੈ। ਜਿਹੜੇ ਉਹ ਮੁੱਠੀ ਭਰ ਲੋਕ ਨੇ ਸਾਡੇ ਲਈ ਕਾਨੂੰਨ ਬਣਾਉਂਦੇ ਨੇ, ਇਹ ਉਹਨਾਂ ਦੇ ਅਗੇਂਸਟ ਆ ਜੀ। ਇਹ ਦਿੱਲੀ ਵਾਲਿਆਂ ਦੇ ਅਗੇਂਸਟ ਨਹੀਂ ਹੈ। ਉਹ ਜੋ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਨੂੰ ਸਾਰੀ ਨੂੰ ਮੈਨੂਪੂਲੇਟ ਕੀਤਾ ਜਾਵੇ, ਆਪਸ ਦੇ ਵਿੱਚ ਲੜਾਇਆ ਜਾਵੇ। ਇਹਦਾ ਮਤਲਬ ਇਹੀ ਹੈ ਕਿ ਇਹ ਚਾਹੁੰਦੇ ਆ ਕਿ ਮੁਰਦਿਆਂ ਦੇ ਉੱਤੇ ਇੱਕ ਨਵੇਂ ਸ਼ਹਿਰ ਵਸਾਉਣਾ ਚਾਹੁੰਦੇ। ਜਦੋਂ ਗੁਆਂਢੀ ਦੇ ਘਰ ਨੂੰ ਅੱਗ ਲੱਗਦੀ ਆਪਾਂ ਅੱਖਾਂ ਬੰਦ ਕਰ ਲੈਂਦੇ, ਪਰ ਉਹ ਇਹ ਨਹੀਂ ਪਤਾ ਹੁੰਦੇ ਜਿਹੜੇ ਗੁਆਂਢ 'ਚ ਅੱਗ ਲੱਗੀ ਘਰ ਆਪਣੇ ਵੀ ਅੱਗ ਆਉਣੀ ਹੈ ਜੀ। ਅਤੇ ਕਿਉਂ ਨਾ ਅਸੀਂ ਉਹ ਅੱਗ ਪਹਿਲਾਂ ਹੀ ਬੁਝਾ ਦਿੱਤੀ ਜਾਵੇ। ਤੁਸੀਂ ਇੱਕ ਨਾ ਚੰਗੀ ਨਸਲ ਦਾ ਕੁੱਤਾ ਪਾਲ ਲਿਓ, ਤੁਸੀਂ ਉੱਤੇ ਯਕੀਨ ਕਰ ਲਿਓ, ਪਰ ਦਿੱਲੀ ਜਿਹੜੇ ਤੁਸੀਂ ਚੁਣ ਕੇ ਭੇਜਦੇ ਇਹਨਾਂ 'ਤੇ ਕਦੀ ਯਕੀਨ ਨਾ ਕਰਿਓ। ਇਹ ਲੋਕ ਜਿਹੜੇ ਆ ਜਿਨ੍ਹਾਂ ਨੇ ਕਦੀ ਅੱਜ ਤੱਕ ਸਾਡੇ ਨਾਲ 4 ਵਾਰੀ ਹੋ ਚੁੱਕਾ ਹੈ ਜੀ 47 ਤੋਂ ਲੈ ਕੇ ਅੱਜ ਤੱਕ ਕਦੀ ਪੰਜਾਬ ਦਾ ਸਾਥ ਨਹੀਂ ਦਿੱਤਾ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਸਿਖਰ ਤੇ ਹੈ। ਗੱਲਬਾਤ ਕਈ ਵਾਰੀ ਹੁੰਦੀ ਹੈ ਕੇਂਦਰ ਸਰਕਾਰ ਨਾਲ, ਕਈ ਵਾਰੀ ਟੁੱਟਦੀ ਹੈ ਤੇ ਕਈ ਵਾਰੀ ਖੜੋਤ ਹੋਈ ਵੀ ਨਜ਼ਰ ਆਉਂਦੀ ਹੈ। ਇਹ ਸਾਰਾ ਕੁਝ ਇੱਕ ਪਾਸੇ ਚੱਲਦਾ ਪਿਆ, ਪਰ ਦੂਜੇ ਪਾਸੇ ਦਿੱਲੀ ਦੇ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਦੇ ਉੱਤੇ ਉਹ ਵੱਡਾ ਇੱਕ ਕਾਫਲਾ ਅਸੀਂ ਦੇਖਦੇ ਹਾਂ। ਉਸ ਕਾਫਲੇ ਨੂੰ ਜਿਹਨੂੰ ਕਹਿੰਦੇ ਆ ਕਿ ਇੱਦਾਂ ਦਾ ਵੈਲ ਆਰਗੇਨਾਈਜ਼ਡ ਅੰਦੋਲਨ ਅਸੀਂ ਕਦੀ ਵੀ ਨਹੀਂ ਦੇਖਿਆ। ਬਹੁਤ ਵੱਡੇ ਵੱਡੇ ਲੋਕ ਵੀ ਇਹਦੇ ਬਾਰੇ ਟਿੱਪਣੀਆਂ ਕਰਦੇ ਨੇ। ਉੱਥੇ ਜਿਸ ਤਰੀਕੇ ਨਾਲ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਨੇ, ਖੁਦ ਲੋਕ ਪਿੰਡਾਂ ਦੇ ਕੰਮ ਕਰਦੇ ਨੇ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕੰਮ ਕਰਦੇ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਇਸ ਸਭ ਦੇ ਦਰਮਿਆਨ ਖਾਲਸਾ ਏਡ, ਮੇਰਾ ਖਿਆਲ ਹੈ ਸਿਰਫ ਇੰਨਾ ਕਹਿ ਦੇਣਾ ਖਾਲਸਾ ਏਡ ਕਾਫੀ ਹੈ, ਕਿਉਂਕਿ ਇਹ ਉਹ ਸੰਸਥਾ ਆ ਜਿਹਨੇ ਚਾਹੇ ਮਾਰੂਥਲ ਹੈ, ਚਾਹੇ ਹੜ੍ਹਾਂ ਦੀ ਸਥਿਤੀ ਨਾਲ ਜੂਝਦਾ ਕੋਈ ਮੁਲਕ ਹੈ, ਕੋਈ ਭੁੱਖਮਰੀ ਨਾਲ ਜੂਝਦਾ ਮੁਲਕ ਹੈ, ਜਾਂ ਕਿਤੇ ਕਿਸੇ ਹੋਰ ਤਰੀਕੇ ਦੀ ਸਮੱਸਿਆ ਆਉਂਦੀ, ਇੱਥੋਂ ਤੱਕ ਕਿ ਜੰਗਾਂ ਯੁੱਧਾਂ ਦੇ ਵਿੱਚ ਜਾ ਕੇ ਵੀ ਆਮ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਹੈ। ਖਾਲਸਾ ਏਡ ਵੀ ਇਸ ਅੰਦੋਲਨ ਦੇ ਵਿੱਚ ਆਪਣੀ ਬਣਦੀ ਭੂਮਿਕਾ ਨਿਭਾ ਰਹੀ ਹੈ। ਔਰ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਖਾਲਸਾ ਏਡ ਇਸ ਅੰਦੋਲਨ ਦੇ ਵਿੱਚ, ਕਿਸ ਕੋਣ ਤੋਂ ਕੰਮ ਕਰਦੀ ਪਈ ਹੈ। ਸੋ ਇਸ ਖਾਲਸਾ ਏਡ ਦੀ ਇੰਡੀਆ ਦੀ ਐਡਵਾਈਜ਼ਰੀ ਬੋਰਡ ਦੇ ਮੈਂਬਰ ਜਸਪ੍ਰੀਤ ਦਾਹੀਆ ਹੋਰੀ ਸਾਡੇ ਨਾਲ ਮੌਜੂਦ ਨੇ। ਦਾਹੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਕਹਿੰਦੇ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ। ਦਾਹੀਆ ਸਾਹਿਬ, ਖਾਲਸਾ ਏਡ ਇੱਕ ਬਹੁਤ ਵੱਡੀ ਸੰਸਥਾ ਆ ਔਰ ਬਹੁਤ ਵੱਡੇ ਮਨੋਰਥ ਵੀ ਉਹਦੇ, ਮਨੁੱਖਤਾ ਦੇ ਨਾਲ ਖੜੀ ਹੋਣ ਵਾਲੀ ਸੰਸਥਾ ਆ। ਇਹ ਅੰਦੋਲਨ ਵੀ ਮੇਰਾ ਖਿਆਲ ਹੈ ਕਿ ਮਨੁੱਖਤਾ ਲਈ ਲੜਿਆ ਜਾ ਰਿਹਾ ਆ, ਹੱਕਾਂ ਲਈ ਲੜਿਆ ਜਾ ਰਿਹਾ ਤੇ ਮਨੁੱਖੀ ਅਧਿਕਾਰਾਂ ਲਈ ਜਿਹੜਾ ਲੜਿਆ ਜਾ ਰਿਹਾ। ਇਸ ਅੰਦੋਲਨ ਦੇ ਵਿੱਚ ਖਾਲਸਾ ਏਡ ਉੱਥੇ ਲੋਕ ਸੇਵਾ ਦੇ ਵਿੱਚ ਜੁਟੀ ਹੋਈ ਆ। ਅੰਦੋਲਨ ਦੇ ਵਿੱਚ ਕਿਵੇਂ ਕੰਮ ਕਰ ਰਹੀ ਹੈ, ਕਿਹੜੇ ਕੰਮ ਕਰ ਰਹੀ ਹੈ ਤੇ ਉਹਨਾਂ ਕੰਮਾਂ ਨੂੰ ਲੈ ਕੇ ਕਿੱਦਾਂ ਦੀਆਂ ਵਿਉਂਤਬੰਦੀਆਂ ਕਿਵੇਂ ਘੜਦੀ ਹੈ, ਕਿਉਂਕਿ ਤੁਸੀਂ ਐਡਵਾਈਜ਼ਰੀ ਬੋਰਡ ਦੇ ਵਿੱਚੋਂ ਭਾਰਤ ਦੇ ਵਿੱਚ ਤੇ ਸਲਾਹ ਜਾਂ ਨੁਕਤੇ ਮੇਰਾ ਖਿਆਲ ਹੈ ਕਿ ਉਸ ਐਡਵਾਈਜ਼ਰੀ ਬੋਰਡ 'ਚੋਂ ਨਿਕਲਦੇ ਹੁੰਦੇ ਕੀ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ। ਮੈਨੂੰ ਥੋੜ੍ਹਾ ਜਿਹਾ ਪਹਿਲਾਂ ਉਸ ਅੰਦੋਲਨ ਦੇ ਵਿੱਚ ਖਾਲਸਾ ਏਡ ਦੀ ਜਿਹੜੀ ਭੂਮਿਕਾ ਆ ਉਹਦੇ ਬਾਰੇ ਜ਼ਰੂਰ ਦੱਸ ਦਿਓ। ਸਭ ਤੋਂ ਪਹਿਲਾਂ ਤਾਂ ਜੀ ਜਿੱਦਾਂ ਖਾਲਸਾ ਏਡ ਸਾਰਿਆਂ ਨੂੰ ਪਤਾ ਹੈ, ਸਰਦਾਰ ਰਵੀ ਸਿੰਘ ਹੋ ਗਏ, ਸਾਡੇ ਅਮਰਪ੍ਰੀਤ ਸਿੰਘ ਹੋ ਗਏ, ਜਿਹੜੇ ਸਾਡੇ ਆਪਣੇ ਏਸ਼ੀਆ ਦੇ ਡਾਇਰੈਕਟਰ ਹੈਗੇ ਆ। ਇਸ ਟਾਈਮ ਸਾਰੀ ਸਾਡੇ ਵਲੰਟੀਅਰ ਸਾਰੇ ਖਾਲਸਾ ਏਡ ਦੇ ਇੱਥੇ ਦਿੱਲੀ ਦੇ ਕੈਂਪ ਦੇ ਵਿੱਚ ਡਟੇ ਹੋਏ ਆ। ਅਤੇ ਉੱਥੇ ਇਸ ਟਾਈਮ ਅਸੀਂ ਸ਼ੁਰੂਆਤ ਤੋਂ ਪਹਿਲੇ ਦਿਨ ਤੋਂ ਲੰਗਰ ਤੋਂ ਸ਼ੁਰੂ ਕੀਤਾ ਸੀ, ਬਾਅਦ ਵਿੱਚ ਹੌਲੀ ਚਾਹ ਪਾਣੀ ਦਾ ਲੰਗਰ ਸ਼ੁਰੂ ਕਰ ਦਿੱਤਾ। ਦੇਖਿਆ ਗਿਆ ਕਿ ਉੱਥੇ ਜਿਹੜੇ ਬਜ਼ੁਰਗਾਂ ਨੂੰ ਭੁੰਜੇ ਹੋਏ ਆਪਾਂ ਛੋਲੇ ਕਰਨੇ ਉਹ ਦੇਣੇ ਸ਼ੁਰੂ ਕਰ ਦਿੱਤੇ। ਹੌਲੀ ਐਸੈਂਸ਼ੀਅਲ ਕਮੋਡਿਟੀਜ਼ ਦੀ ਲੋੜ ਪਈ ਉੱਥੇ। ਹੁਣ ਪਿਛਲੇ 5 ਦਿਨਾਂ ਤੋਂ ਅਸੀਂ ਦੇਖ ਰਹੇ ਕਿ ਉੱਥੇ ਜਿਹੜੇ ਸੌਣ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਸੀ ਅਤੇ ਉਹਨਾਂ ਲਈ ਵਿਸ਼ਰਾਮ ਘਰ ਉੱਥੇ ਤਿਆਰ ਕੀਤਾ ਆ ਔਰ ਉਹ ਫੁੱਲੀ CCTV ਦੇ ਨਾਲ ਉਹਨੂੰ ਅਸੀਂ ਕਵਰ ਕੀਤਾ ਆ। ਇਹ ਜਿਹੜੀ ਤੁਸੀਂ ਪੁੱਛਿਆ ਕਿ ਇਹ ਐਡਵਾਈਸ ਕਿੱਦਾਂ ਹੁੰਦੀ ਜਾਂ ਕਿੱਦਾਂ ਹੁੰਦੀ, ਇਹ ਇਸ ਟਾਈਮ ਜਿਹੜੀ ਸਾਡੀ ਟੀਮ ਉੱਥੇ ਡਟੀ ਹੋਈ ਹੈ ਉਹਨੇ ਡੇਲੀ ਮੀਟਿੰਗਸ ਕਰਦੇ ਆ, ਉਹ ਸ਼ਾਮ ਨੂੰ ਆਪਸ 'ਚ ਬੈਠਦੇ ਆ, ਸਲਾਹ ਕਰਦੇ ਆ, ਉਹ ਸਰਵੇ ਕਰਦੇ ਆ ਲੋਕਲ ਏਰੀਆ ਦੇ ਵਿੱਚ ਕਿ ਕਿਸ ਚੀਜ਼ ਦੀ ਲੋੜ ਆ, ਉਸ ਹਿਸਾਬ ਨੂੰ ਆਪਣੀ ਪਲੈਨਿੰਗ ਕਰਦੇ ਆ ਜੀ। ਆਪਾਂ ਤੁਰੇ ਜਾਂਦੇ ਵੀ ਗੱਲ ਕਰ ਸਕਦੇ। ਹਾਂਜੀ, ਉਹਦੇ ਬਾਅਦ ਫਿਰ ਅੱਗੇ ਹੁਣ ਅਸੀਂ ਉੱਥੇ ਗਰਮ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਜੀ ਆਪਣੇ ਇਸ਼ਨਾਨ ਵਾਸਤੇ। ਅਤੇ ਮੈਨੂੰ ਸ਼ਾਇਦ ਤੁਸੀਂ ਦੇਖਿਆ ਹੋਣਾ ਜਿਹੜੀ ਰਾਤੀ ਤੁਸੀਂ ਪੋਸਟ ਦੇਖੀ ਹੋਣੀ ਖਾਲਸਾ ਏਡ, ਅਸੀਂ ਕੱਲ੍ਹ ਦੇ ਵਿੱਚ ਜਿਹੜੇ ਬਜ਼ੁਰਗ ਜਿਹੜੇ ਉੱਥੇ ਹੈਗੇ ਮਾਤਾ ਭੈਣ ਸਾਡੇ ਬਜ਼ੁਰਗ ਹੈਗੇ, ਉਹਨਾਂ ਦੀਆਂ ਲੱਤਾਂ ਆਪਣੇ ਜੇ ਉਹਨਾਂ ਦੇ ਗੋਡੇ ਦੁਖ ਰਹੇ ਉਹਨਾਂ ਦੀ ਮਸਾਜ ਸਾਡੇ ਵਲੰਟੀਅਰ ਕਰ ਰਹੇ ਆ। ਐਂਡ ਪਲੱਸ ਅੱਜ ਮਸਾਜਰ ਮਸ਼ੀਨਾਂ ਵੀ ਉੱਥੇ ਲਾ ਦਿੱਤੀਆਂ ਗਈਆਂ ਕਿ ਕਿਸੇ ਨੂੰ ਉੱਥੇ ਅੰਦੋਲਨ ਦੇ ਵਿੱਚ ਜਿੰਨੀ ਵੀ ਇੱਕ ਤਰ੍ਹਾਂ ਦੀ ਫੈਸਿਲਿਟੀ ਦੇ ਸਕੇ ਅਸੀਂ ਦਈਏ, ਕਿ ਉਹਨਾਂ ਨੂੰ ਫੀਲ ਹੋਵੇ ਕਿ ਅਸੀਂ ਘਰ ਦੇ ਵਿੱਚ ਹੀ ਬੈਠੇ ਹਾਂ। ਕਿਉਂਕਿ ਇਹ ਇੱਕ ਕਹਿ ਲਓ ਕਿ ਇੱਕ ਸੋਚ ਆ ਜਿਹੜੇ ਸਾਡੇ ਵਲੰਟੀਅਰਸ ਅਸੀਂ, ਕਿਉਂਕਿ ਹਰੇਕ ਜਿੰਨੇ ਵੀ ਵਲੰਟੀਅਰ ਦੀ ਵੀ ਸਲਾਹ ਲੈਂਦੇ ਹਾਂ, ਟੀਮ ਦੀ ਵੀ ਸਲਾਹ ਲੈਂਦੇ ਹਾਂ। ਸੋ ਇਹ ਜਿਹੜੀ ਇੱਕ ਸੋਚ ਆ, ਇਹ ਸੋਚ
ਕਿੱਦਾਂ ਕਹਿ ਲਓ ਕਿ ਇੱਕ ਸਾਡੀ ਕਹਿ ਲਓ ਕਿ ਇੱਕ ਡਿਸੀਜਨ ਮੇਕਿੰਗ ਹੁੰਦੀ ਆ ਕਿ ਇਕੱਠੇ ਬੈਠ ਜਾਂਦੇ ਆ ਸਾਰੇ ਲੋਕ, ਉਹਦੇ ਵਿੱਚ ਉਦੋਂ ਡਿਸੀਜਨ ਕ੍ਰੀਏਟ ਹੁੰਦਾ ਹੈ ਤੇ ਉਹਦੇ ਅੱਗੇ ਐਕਸ਼ਨ ਅਸੀਂ ਕਰਦੇ ਹਾਂ ਜੀ। ਮੈਂ ਦੇਖ ਰਿਹਾ ਸੀਗਾ ਕਿ ਖਾਲਸਾ ਏਡ ਤਾਂ ਇੱਥੋਂ ਤੱਕ ਵੀ ਪਹੁੰਚ ਗਈ ਆ। ਹੁਣ ਤੁਸੀਂ ਕਿਹਾ ਕਿ ਮਸਾਜਰ ਦੀ ਗੱਲ ਕੀਤੀ ਹੈ ਕਿ ਬਜ਼ੁਰਗ ਜਿਹੜੇ ਉਸ ਧਰਨੇ 'ਚ ਆ, ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤੇ ਮਸਾਜ ਕਰਨ ਲਈ ਵੀ ਉੱਥੋਂ ਤੱਕ ਵੀ ਪਹੁੰਚ ਗਏ, ਕੱਪੜੇ ਧੋਣ ਦੀਆਂ ਮਸ਼ੀਨਾਂ ਤੱਕ ਲਾਤੀਆਂ ਕਿ ਇਦਾਂ ਦੀ ਦਿੱਕਤ ਜਿਹੜੀ ਆ ਉਹ ਨਾ ਆਵੇ। ਅੱਛਾ, ਤੁਸੀਂ ਖੁਦ ਵੀ ਉਸ ਧਰਨੇ ਦੇ ਵਿੱਚ ਬਕਾਇਦਾ ਜਾ ਕੇ ਆਏ ਹੋ, ਉਸ ਸੇਵਾ ਦੇ ਵਿੱਚ ਸ਼ਾਮਲ ਹੋ ਕੇ ਆਏ ਹੋ। ਤੁਹਾਡੇ ਵੱਲੋਂ ਜਿਹੜੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਐਡਵਾਈਜ਼ਰੀ ਬੋਰਡ, ਉਹ ਜੋ ਦੇਖਦੇ ਹੋ ਹਾਲਾਤ, ਉਹਦੇ ਮੁਤਾਬਕ ਸੇਵਾਵਾਂ ਤਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ, ਪਰ ਅੰਦੋਲਨ ਨੂੰ ਖਾਲਸਾ ਏਡ ਕਿਸ ਨਜ਼ਰੀਏ ਨਾਲ ਦੇਖਦਾ ਹੈ ਇਹਨੂੰ? ਤੁਸੀਂ ਜੇ ਨਿੱਜੀ ਤੌਰ ਤੇ ਆਪਣਾ ਵਿਚਾਰ ਦੇਣਾ ਚਾਹੋ, ਜਾਂ ਫਿਰ ਤੁਹਾਨੂੰ ਲੱਗਦਾ ਕਿ ਤੁਹਾਡੀ ਸੰਸਥਾ ਜਿਹੜੀ ਆ ਉਹ ਇਹਦੇ ਬਾਰੇ ਕੁਝ ਇਸ ਤਰੀਕੇ ਦੀ ਸੋਚਦੀ ਹੈ, ਤੇ ਮੈਨੂੰ ਲੱਗਦਾ ਕਿ ਉਹ ਵੀ ਸਾਂਝਾ ਕੀਤਾ ਜਾਣਾ ਚਾਹੀਦਾ। ਦੇਖੋ ਜੀ, ਖਾਲਸਾ ਏਡ ਦੇ ਵੱਲੋਂ ਜੇ ਆਪਾਂ ਗੱਲ ਕਰੀਏ, ਖਾਲਸਾ ਏਡ ਦੀ ਜਿਹੜਾ ਸਾਡਾ ਮੇਨ ਮੋਟੋ ਹੈਗਾ ਰਿਕੋਗਨਾਈਜ਼ ਦਾ ਹੋਲ ਹਿਊਮਨ ਰੇਸ ਇਜ਼ ਵਨ ਹੈ ਨਾ, ਉਹਦੇ ਹਿਸਾਬ ਦੇ ਨਾਲ ਅਸੀਂ ਇਨਸਾਨ ਦੇ ਵਿੱਚ ਕੋਈ ਫਰਕ ਨਹੀਂ ਕਰਦੇ, ਨਾ ਉਹਦੇ ਕਿੱਤੇ ਦੇ ਵਿੱਚ ਕਰਦੇ ਆ, ਨਾ ਉਹਦੇ ਧਰਮ ਦੇ ਵਿੱਚ ਕਰਦੇ, ਨਾ ਜਾਤ ਦੇ ਵਿੱਚ ਕਰਦੇ। ਜੇ ਆ ਇੱਕ ਕਿੱਤੇ ਦਾ, ਇੱਕ ਕਿਸਾਨੀ ਦਾ ਅੰਦੋਲਨ ਆ ਜੋ ਅੱਜ ਬਣ ਕੇ ਇੱਕ ਮਾਸ ਮੂਵਮੈਂਟ ਬਣ ਗਿਆ ਆ। ਸੋ ਖਾਲਸਾ ਏਡ ਉਹਦਾ ਪੂਰਾ ਇੱਕ ਕਹਿ ਲਓ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਆ, ਉਹਦੇ ਨਾਲ ਪ੍ਰੋਪਰ ਖੜੀ ਹੈ ਜੀ। ਰਹੀ ਗੱਲ ਜੇ ਮੇਰੀ ਪਰਸਨਲੀ, ਜੇ ਤੁਸੀਂ ਮੇਰੇ ਵੱਲੋਂ ਜੇ ਪੁੱਛਿਆ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਸਾਨੂੰ ਜਿੰਨਾ ਵੀ ਹੋ ਸਕੇ ਇਹਦੇ ਨਾਲ ਖੜਨਾ ਚਾਹੀਦਾ ਆ, ਇਸ ਅੰਦੋਲਨ ਨਾਲ ਖੜਨਾ ਚਾਹੀਦਾ ਆ। ਐਂਡ ਇਸ ਵਾਰੀ ਇੱਦਾਂ ਹੋਇਆ ਜੀ, ਮੈਂ 2 ਦਿਨ ਤਾਂ ਖਾਲਸਾ ਏਡ ਦੇ ਨਾਲ ਉੱਥੇ ਲਾਏ ਆ, ਬਟ 4 ਤੋਂ 5 ਦਿਨ ਅਸੀਂ ਉੱਥੇ ਰਹੇ ਆ ਐਜ਼ ਅ ਫਾਰਮਰ, ਕਿਸਾਨ ਹੁੰਦੇ ਹੋਏ, ਕਿਸਾਨ ਦਾ ਪੁੱਤ ਹੁੰਦੇ ਹੋਏ ਮੈਂ ਉੱਥੇ ਗਿਆ ਆ, ਮੈਂ ਦੇਖਿਆ, ਅਸੀਂ ਵਾਪਸ ਆਏ ਆ। ਅਸੀਂ ਵੱਧ ਤੋਂ ਵੱਧ ਜਿੰਨੀ ਵੀ ਅਵੇਅਰਨੈਸ ਕ੍ਰੀਏਟ ਕਰਦੇ ਹਾਂ ਆਪਣੇ ਲੈਵਲ ਤੇ ਕਰ ਰਹੇ ਹਾਂ। ਅਸੀਂ ਨੁੱਕਰ ਮੀਟਿੰਗਸ ਕਰ ਰਹੇ ਹਾਂ, ਪਿੰਡਾਂ ਜਾ ਕੇ ਦੱਸ ਰਹੇ ਹਾਂ, ਲੋਕਾਂ ਨੂੰ ਇਸ ਬਿਲਸ ਬਾਰੇ ਦੱਸ ਰਹੇ ਹਾਂ, ਐਂਡ ਉਹ ਆਪਣੇ ਪਰਸਨਲ ਲੈਵਲ ਤੇ ਐਕਟੀਵਿਟੀ ਮੈਂ ਕਰਦਾ ਪਿਆ ਜੀ ਇਸ ਟਾਈਮ। ਪਰਸਨਲ ਲੈਵਲ ਤੇ ਐਕਟੀਵਿਟੀ ਕਰਦੇ ਪਏ ਹੋ। ਅੱਛਾ, ਕਦੀ ਕਦੀ ਇਦਾਂ ਵੀ ਹੁੰਦਾ ਕਿ ਤੁਸੀਂ ਕਿਸੇ ਸੰਸਥਾ ਨਾਲ ਜੁੜੇ ਹੋਏ ਹੋ ਤੇ ਉਸ ਸੰਸਥਾ ਨੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਦਿੱਤੀ ਆ, ਉਹ ਜ਼ਿੰਮੇਵਾਰੀ ਤੁਸੀਂ ਪੂਰੀ ਕਰਦੇ ਹੋ। ਸੇਵਾ ਦੀ ਜ਼ਿੰਮੇਵਾਰੀ ਦਿੱਤੀ ਤਾਂ ਸੇਵਾ ਤੁਸੀਂ ਕਰਨੀ ਆ, ਉਹ ਭਾਵਨਾ ਹੋ ਸਕਦੀ ਆ, ਪਰ ਮਸਲਿਆਂ ਦੀ ਸਮਝ ਜਾਂ ਉਹਨੂੰ ਜਾਣਨਾ ਪਛਾਣਨਾ ਮੁਸ਼ਕਿਲ ਕਿਹੜੀ ਆ ਅਸਲ ਦੇ ਵਿੱਚ, ਕਿਉਂ ਲੜਾਈ ਲੜੀ ਜਾ ਰਹੀ ਹੈ। ਕਈ ਵਾਰੀ ਬਹੁਤੇ ਲੋਕ ਉਹਦੇ ਵੱਲ ਧਿਆਨ ਨਹੀਂ ਦਿੰਦੇ, ਉਹਨਾਂ ਦਾ ਹੁੰਦਾ ਵੀ ਸੇਵਾ ਕਰਨੀ ਹੈ, ਸੇਵਾ ਕਰਕੇ ਅਸੀਂ ਚੱਲ ਜਾਣਾ, ਕਿਉਂਕਿ ਸਾਨੂੰ ਸੰਸਥਾ ਕਹਿੰਦੀ ਹੈ ਕਿ ਸੇਵਾ ਕਰਨੀ ਆ, ਇਹ ਮੋਟੋ ਆ, ਅਸੀਂ ਕਰ ਜਾਣਾ। ਇੱਦਾਂ ਦਾ ਹੈ ਕਿ ਇਹਨਾਂ ਕਾਨੂੰਨਾਂ ਦੇ ਬਾਰੇ, ਜਾਂ ਫਿਰ ਇਹ ਜਿਹੜੇ ਕਾਰਨ ਨੇ ਜਿਹਦਾ ਕਰਕੇ ਕਿਸਾਨ ਉੱਥੇ ਧਰਨੇ ਤੇ ਬੈਠੇ ਆ 15-16 ਦਿਨ ਜਿਹੜੇ ਉਹ ਹੋ ਗਏ ਆ, ਉਹ ਸਾਰੀਆਂ ਚੀਜ਼ਾਂ ਦਾ ਆਪ ਵੀ ਜਾਣਕਾਰੀ ਹੈ, ਅਹਿਸਾਸ ਹੈ ਕਿ ਅਸਲ ਦੇ ਵਿੱਚ ਆਹ ਨੁਕਤਾ ਆ, ਇਹਦਾ ਕਰਕੇ ਲੜਾਈ ਲੜੀ ਜਾ ਰਹੀ ਹੈ ਤੇ ਇਸ ਅੰਦੋਲਨ ਦਾ ਹੱਲ ਇੱਥੇ ਨਿਕਲੇਗਾ। ਇਹ ਕੁਝ ਵੀ ਹੈ ਜਾਂ ਕੱਲੀ ਸੇਵਾ ਭਾਵਨਾ ਆ ਤੇ ਉਸ ਮੁਤਾਬਕ ਕੰਮ ਕਰੀ ਜਾ ਰਹੇ ਹੋ? ਨਹੀਂ ਜੀ, ਮੇਰਾ ਤਾਂ ਫਿਲਹਾਲ ਕਹਿ ਲਓ ਕਿ ਪੂਰੀ ਐਜੀਟੇਸ਼ਨ ਦੇ ਵਿੱਚ ਪਾਰਟ ਆ, ਆਪਾਂ ਨਿਭਾ ਰਹੇ ਹਾਂ ਜਿੰਨਾ ਸੇਵਾ ਜਿਹੜੀ ਸੀਗੀ ਉਹ ਸਾਡੀ ਟੀਮ ਕਰ ਰਹੀ ਹੈ। ਮੇਰਾ ਤਾਂ ਬਸ 2 ਦਿਨ ਦਾ ਪਾਰਟਿਸਿਪੇਸ਼ਨ ਸੀ, ਉਹ ਵੀ ਤੁਹਾਨੂੰ ਦੱਸਿਆ। ਕੀ ਹੈਗਾ ਕਿ ਦੇਖੋ, ਜੇ ਆਪਾਂ ਬਿਲਸ ਦੀ ਗੱਲ ਕਰੀਏ, 3 ਬਿਲਸ ਬਾਰੇ ਇਸ ਟਾਈਮ ਮੈਨੂੰ ਲੱਗਦਾ 90% ਜਿਹੜੇ ਲੋਕ ਉਹ ਪੜ੍ਹ ਚੁੱਕੇ ਹੈਗੇ ਕੀ ਹੈਗਾ ਕੀ ਨਹੀਂ ਹੈਗੇ, ਹੈ ਨਾ। ਗੱਲ ਜਿਹੜੀ ਮੇਨ ਮੁੱਦਿਆਂ ਦੀ ਗੱਲ ਜੇ ਆਪਾਂ ਗੱਲ ਕਰਦੇ ਹਾਂ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆ ਜਾਂਦਾ ਜੀ ਕੰਟਰੈਕਟ ਫਾਰਮਿੰਗ ਦੇ ਇੱਕ ਮੁੱਦੇ ਤੇ। ਕੰਟਰੈਕਟ ਫਾਰਮਿੰਗ ਦੇ ਮੁੱਦੇ ਦੇ ਉੱਤੇ ਤੁਸੀਂ ਇਹ ਗੱਲ ਸਮਝਣ ਦੀ ਦੇਖੋ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਇੱਕ ਕਿਸਾਨ ਜਿਹੜਾ ਆ ਵੱਧ ਤੋਂ ਵੱਧ ਇੱਕ ਐਸਡੀਐਮ ਜਾਂ ਡੀਸੀ ਦੇ ਕੋਲ ਜਾ ਸਕਦਾ ਹੈ, ਪਰ ਤੁਸੀਂ ਇਸ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਇੱਕ ਕਿਸਾਨ ਦਾ ਲੀਗਲ ਰਾਈਟ ਜਿਹੜਾ ਉਹਦਾ ਲੀਗਲ ਕੋਰਟ ਤੱਕ ਜਾਣ ਦਾ ਜਿਹੜਾ ਹੱਕ ਹੀ ਖੋਲਿਆ ਆ ਜੀ। ਇੱਕ ਪਾਸੇ ਤਾਂ ਤੁਸੀਂ ਇਸ ਦੇਸ਼ ਦੇ ਪਾਰਲੀਮੈਂਟ ਤੇ ਅਟੈਕ ਕਰਨ ਵਾਲਿਆਂ ਨੂੰ, ਜਾਂ ਬੰਬੇ ਦੇ ਵਿੱਚ ਜਿਹੜੇ ਟੈਰਰਿਸਟ ਆਏ ਸੀਗੇ ਦੂਸਰੇ ਦੇਸ਼ ਤੋਂ, ਸ਼ਰੇਆਮ ਤੁਸੀਂ ਉਹਨਾਂ ਨੂੰ ਕਰ ਦਿੱਤਾ ਕਿ ਹਾਂਜੀ ਇਹ ਟੈਰਰਿਸਟ ਹੈਗੇ ਆ, ਤੁਸੀਂ ਉਹਨਾਂ ਨੂੰ ਲੀਗਲ ਏਡ ਦੇ ਰਹੇ ਹੋ। ਕਸਾਬ ਆ ਕੇ ਇੱਥੇ ਹਮਲਾ ਕਰਕੇ ਤੁਹਾਡੇ ਆਪਣੇ ਸੈਨਿਕਾਂ ਨੂੰ ਮਾਰਨ ਦੇ ਬਾਵਜੂਦ ਸਾਡੇ 3 ਦਿਨ ਸਾਨੂੰ ਪੈਰਾਲਾਈਜ਼ ਕਰ ਦਿੱਤਾ ਹੈ, ਸਾਡੀ ਜਾਣੀ ਕਹਿ ਲਓ ਕਿ ਫਾਈਨੈਂਸ਼ੀਅਲ ਕੈਪੀਟਲ ਨੂੰ, ਬੰਬੇ ਨੂੰ। ਉਸ ਕਰਨ ਦੇ ਬਾਅਦ ਤੁਸੀਂ ਉਹਨੂੰ ਲੀਗਲ ਏਡ ਦੇਣ ਦਾ ਤਾਂ ਤੁਹਾਨੂੰ ਲੱਗਾ ਕਿ ਹਾਂਜੀ ਇਹਦਾ ਹਿਊਮਨ ਰਾਈਟ ਹੈਗੇ ਆ, ਪਰ ਇੱਕ ਕਿਸਾਨ ਦੇ ਤੁਸੀਂ ਹਿਊਮਨ ਰਾਈਟਸ ਜਿਹੜੇ ਖੋ ਰਹੇ ਆ, ਉਹਦੇ ਵਾਇਲੇਸ਼ਨ ਕਰ ਰਹੇ ਆ। ਤੁਸੀਂ ਕਹਿ ਰਹੇ ਜੀ ਉਹ ਆਪਣੀ ਹੱਕ ਮੰਗਣ ਕੋਰਟ ਨਹੀਂ ਜਾ ਰਿਹਾ, ਇਹ ਕਿੰਨਾ ਕੁ ਜਾਇਜ਼ ਆ? ਪਹਿਲਾਂ ਤਾਂ ਕੰਟਰੈਕਟ ਫਾਰਮਿੰਗ ਦੇ ਵਿੱਚ ਉਹ ਬਹੁਤ ਜ਼ਰੂਰੀ ਆ ਜੀ, ਇੱਕ ਕਿਸਾਨ ਦਾ ਹੱਕ ਬਣਦਾ ਹੈ ਕੋਰਟ ਦੇ ਵਿੱਚ ਜਾਣ ਦਾ। ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਕਿਸਾਨ ਜਿਹੜਾ ਆ ਉਹ ਕਦੀ ਵੀ ਜਾ ਕੇ, ਚਲੋ ਆਪਾਂ ਅਬਾਨੀ ਅਦਾਨੀਆਂ ਦੀ ਗੱਲਾਂ ਤਾਂ ਸਾਈਡ ਤੇ ਕਰਦੀ, ਆਪਾਂ ਜਲੰਧਰ ਦੇ ਇੱਕ ਛੋਟਾ ਜਿਹਾ ਕੋਆਪਰੇਟ ਉਠਾ ਲਈਏ, ਕੋਈ ਵੀ ਜਿਹੜੀ 2-4-5 ਕਰੋੜ ਸਾਲ ਦੀ ਟਰਨਓਵਰ ਹੋਊਗੀ ਜੀ, ਕੀ ਤੁਹਾਨੂੰ ਲੱਗਦਾ ਕਿ ਉਹ ਜਿਹੜਾ 5 ਕਰੋੜ ਦੀ ਟਰਨਓਵਰ ਵਾਲਾ ਬੰਦਾ, ਉਹ ਇੱਕ ਕਿਸਾਨ ਜਿਹੜਾ ਆਪਣਾ ਕਹਿ ਲਓ ਕਿ 2 ਤੋਂ 3 ਲੱਖ ਰੁਪਇਆ ਸਾਲ 'ਚ ਕਮਾ ਰਿਹਾ ਆ, ਉਹਦਾ ਮੁਕਾਬਲਾ ਕੀਤਾ ਜਾਊਗਾ? ਕੀ ਤੁਹਾਨੂੰ ਆਪਣੀ ਬਿਊਰੋਕ੍ਰੇਸੀ 'ਤੇ ਇੰਨਾ ਕੁ ਯਕੀਨ ਹੈ ਕਿ ਉਹ ਕਿਸਾਨ ਦੇ ਹੱਕ ਦੀ ਨਹੀਂ, ਤੁਹਾਡੇ ਐਸਡੀਐਮ ਡੀਸੀ ਆ ਉਹ ਕਾਰਪੋਰੇਟ ਅਦਾਰੇ ਦੇ ਹੱਕ ਦੀ ਗੱਲ ਕਰਨਗੇ? ਇਹ ਦੂਸਰੀ ਗੱਲ ਜੇ ਆਪਾਂ ਗੱਲ ਕਰਦੇ ਆ ਗਈ ਕੰਟਰੈਕਟ ਦੀ, ਜਿਹੜਾ ਇਹ ਬਿਲਸ ਹੈਗੇ ਆ, ਦੇਖੋ ਪੰਜਾਬ ਦੇ ਨਾਲ ਹਮੇਸ਼ਾ ਸੈਂਟਰ ਨੇ ਕਿਸੇ ਨਾ ਕਿਸੇ ਤਰੀਕੇ ਧੱਕੇ ਕੀਤੇ ਗਏ ਜੀ। ਆਪਣੇ 66 ਦੇ ਵਿੱਚ ਤੁਸੀਂ ਦੇਖੋ, 66 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਪਾਣੀਆਂ ਦੇ ਵਿੱਚ ਆਪਣੇ ਪੰਜਾਬ ਜਿਹੜੀ ਐਕਟ ਆਈ ਸੀਗੀ, ਰੀਆਰਗਨਾਈਜੇਸ਼ਨ ਐਕਟ ਆਈ ਸੀ ਪੰਜਾਬ ਦੀ, ਉਸ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਹਿਸਾਬ ਦੇ ਨਾਲ ਪਾਣੀਆਂ ਦਾ ਹੱਕ ਪੰਜਾਬ ਤੋਂ ਖੋਹ ਲਿਆ। ਪਾਣੀ ਇੱਕ ਸਾਡੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਇੱਕ ਸਟੇਟ ਅਫੇਅਰ ਸੀਗਾ ਜੀ,
ਅੱਜ 2020 ਦੇ ਵਿੱਚ ਮੋਦੀ ਗਵਰਨਮੈਂਟ ਆਈ ਆ। ਮੋਦੀ ਗਵਰਨਮੈਂਟ ਨੇ ਆ ਕੇ ਕੀ ਕੀਤਾ, ਤੁਹਾਡੀ ਜਿਹੜੀ ਖੇਤੀ ਆ ਅਗੇਨ ਇੱਕ ਸਟੇਟ ਅਫੇਅਰ ਆ, ਉਹਦੇ ਲਈ ਕਾਨੂੰਨ ਬਣਾ ਦਿੱਤਾ। ਇਹਦਾ ਮਤਲਬ ਇਹੀ ਹੈ ਕਿ ਜਦੋਂ ਵੀ ਤੁਹਾਡੇ ਸਟੇਟ ਕੰਟਰੀ ਦੇ ਵਿੱਚ ਇੱਕ ਪਾਵਰਫੁਲ ਗਵਰਨਮੈਂਟ ਆਊਗੀ, ਉਹ ਹਮੇਸ਼ਾ ਹੀ ਸਾਡੇ ਨਾਲ ਧੱਕਾ ਕਰੂਗੀ। ਉਸ ਟਾਈਮ ਇੱਕ ਨਾਰਾ ਬੜਾ ਮਸ਼ਹੂਰ ਹੁੰਦਾ ਸੀ ਕਿ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਅੱਜ ਮੋਦੀ ਹੈ ਤਾਂ ਮੁਮਕਿਨ ਹੈ। ਇਹਦਾ ਮਤਲਬ ਕਿ ਜੇ ਅਸੀਂ ਇੱਕ ਮੈਜੋਰਟੀ ਦੀਆਂ ਸਰਕਾਰਾਂ ਬਣਾ ਰਹੇ ਹਾਂ, ਉਹ ਇੱਕ ਡਿਕਟੇਟਰ ਬਣਾ ਰਹੇ ਹਾਂ ਅਸੀਂ। ਡੈਮੋਕ੍ਰੇਸੀ ਕਿਤੇ ਰਹਿ ਹੀ ਨਹੀਂ ਜਾਂਦੀ ਜੇ ਇੱਕ ਐਡੀ ਵੱਡੀ ਮੈਜੋਰਟੀ ਨਾਲ ਸਰਕਾਰ ਬਣ ਦਿੱਤੀ ਜਾਵੇ ਜੀ। ਮੁਲਕ ਤੇ ਮੁਲਕ ਦੇ ਲੋਕ ਮਾਈਨਸ ਕਰ ਦਿੱਤੇ ਗਏ, ਮਨਫੀ ਕਰ ਦਿੱਤੇ ਗਏ ਤੇ ਕੁਝ ਚਿਹਰਿਆਂ ਨੂੰ ਅੱਗੇ ਰੱਖ ਦਿੱਤਾ ਜਾਏ। ਜਿਵੇਂ ਤੁਸੀਂ ਇੰਦਰਾ ਗਾਂਧੀ ਦੀ ਗੱਲ ਕੀਤੀ ਤੇ ਜਿਵੇਂ ਪ੍ਰਧਾਨ ਮੰਤਰੀ ਮੌਜੂਦਾ ਨੇ ਨਰਿੰਦਰ ਮੋਦੀ ਹੋਰਾਂ ਦੀ ਗੱਲ ਕੀਤੀ। ਮੈਂ ਦੋ ਨੁਕਤਿਆਂ ਦੇ ਉੱਤੇ ਤੁਸੀਂ ਗੱਲ ਕੀਤੀ ਹੈ ਤੇ ਮੈਂ ਇਸ ਗੱਲ ਤੋਂ ਸਪਸ਼ਟ ਹੋ ਗਿਆ ਕਿ ਕਾਨੂੰਨਾਂ ਦੇ ਬਾਰੇ ਚੰਗੇ ਤਰੀਕੇ ਨਾਲ ਤੁਸੀਂ ਪੜ੍ਹਿਆ, ਜਾਣਿਆ, ਪਛਾਣਿਆ। ਮੈਂ ਆਪਣੇ ਵਿਊਵਰਸ ਨੂੰ ਦੱਸ ਦੇਵਾਂ ਕਿ ਕਹਿੰਦੇ ਨੇ ਕਿ ਮੈਂ ਕਿਸਾਨ ਦਾ ਪੁੱਤ ਹਾਂ, ਪਰ ਬਹੁਤ ਵਧੀਆ ਚੰਗਾ ਰੈਸਟੋਰੈਂਟ ਚਲਾ ਰਹੇ ਨੇ ਇਹ ਨੌਜਵਾਨ ਜਸਪ੍ਰੀਤ ਦਾਈਆ ਹੋਰੀ। ਚੰਗਾ ਚੱਲਦਾ ਪਿਆ ਰੈਸਟੋਰੈਂਟ, ਕਮਾਈ ਠੀਕ ਚੰਗੀ ਖਾਸੀ ਹੁੰਦੀ ਪਈ ਹੈ, ਪਰ ਬਾਵਜੂਦ ਨਾ ਸਿਰਫ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕੀਤੀ, ਇਸ ਅੰਦੋਲਨ ਦੇ ਕਾਰਨਾਂ ਨੂੰ ਪੜ੍ਹਿਆ, ਦੇਖਿਆ, ਵਾਚਿਆ, ਬਲਕਿ ਨਾਲ ਦੀ ਨਾਲ ਇੱਕ ਪੱਧਰ ਉਹ ਹੈ ਕਿ ਜਿਹੜਾ ਖਾਲਸਾ ਏਡ ਨਾਲ ਜੁੜ ਕੇ ਕੰਮ ਕਰਨਾ। ਦੂਜਾ ਜਸਪ੍ਰੀਤ ਜੀ ਜਿਹੜਾ ਮੈਨੂੰ ਹੋਰ ਜ਼ਿਆਦਾ ਅਟਰੈਕਟ ਕੀਤੀ, ਜਿਹੜੀ ਚੀਜ਼ ਆਕਰਸ਼ਿਤ ਕਰਦੀ ਹੈ ਤੇ ਮੈਨੂੰ ਲੱਗਾ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਆ। ਆਪਣੇ ਪੱਧਰ ਤੇ ਵੀ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਇਸ ਨੁਕਤੇ ਦੇ ਉੱਤੇ ਕੰਮ ਕਰਦੇ ਪਏ ਹੋ। ਨਿੱਜੀ ਤੌਰ ਤੇ ਖਾਲਸਾ ਏਡ ਤੋਂ ਅਲੱਗਗੀ ਬਣਾ ਕੇ ਵੀ ਜੇ ਆਪਾਂ ਗੱਲ ਕਰ ਲਈਏ, ਉਹ ਤੁਹਾਡੀ ਇੱਕ ਪਾਸੇ ਦੀ ਡਿਊਟੀ ਹੈ। ਦੂਜੀ ਡਿਊਟੀ ਨਿੱਜੀ ਤੌਰ ਤੇ ਤੁਸੀਂ ਪੰਜਾਬ ਦੇ ਵਿੱਚ ਵੀ ਨਿਭਾਉਂਦੇ ਪਏ ਹੋ। ਕੀ ਡਿਊਟੀ ਹੈ, ਕਿਵੇਂ ਇਹਨਾਂ ਕਾਨੂੰਨਾਂ ਨੂੰ ਜਾਂ ਇਹਨਾਂ ਅੰਦੋਲਨ ਨੂੰ ਲੈ ਕੇ ਕੰਮ ਕਰਦੇ ਪਏ ਹੋ, ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਦੇਖੋ, ਸਭ ਤੋਂ ਪਹਿਲਾਂ ਜੀ ਜੇ ਕਿਤੇ ਕੈਂਡਲ ਮਾਰਚ ਦੀ ਕਾਲ ਆਉਂਦੀ ਆ, ਮੈਂ ਪਰਸਨਲੀ ਟਰਾਈ ਕਰਦਾ ਕਿ ਉੱਥੇ ਪਹੁੰਚਿਆ ਜਾਵੇ। ਅਸੀਂ ਪਰਸਨਲੀ ਆਪਣਾ ਇੱਕ ਸਰਕਲ ਹੈਗਾ ਸਾਡੇ ਦੋਸਤ ਜੋ ਸਬਰ ਫਾਊਂਡੇਸ਼ਨ, ਅਸੀਂ ਇੱਕ ਆਪਣੀ ਤਿਆਰ ਕੀਤੀ ਸੀਗੀ, ਤੁਸੀਂ ਪਹਿਲਾਂ ਵੀ ਜਿੱਥੇ ਆਏ ਸੀਗੇ, ਉਹਦੇ ਹਿਸਾਬ ਦੇ ਨਾਲ ਅਸੀਂ ਕਿਤੇ ਨੁੱਕਰਾਂ ਜਾ ਕੇ ਕਿਸੇ ਮੀਟਿੰਗ, ਛੋਟੀਆਂ ਮੀਟਿੰਗਸ ਕਰ ਰਹੇ ਹਾਂ, ਉਹਨਾਂ ਨੂੰ ਦੱਸ ਰਹੇ ਹਾਂ ਕਿ ਇਹਦੇ ਕਾਨੂੰਨ ਬਾਰੇ ਜੀ ਕਿੱਦਾਂ ਹੈਗਾ ਆ। ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਖੋ ਜੀ, ਸਿੱਖ ਕੌਮ ਨੂੰ 3 ਜਨਰੇਸ਼ਨਾਂ ਲੱਗੀਆਂ ਆ ਆਪਣਾ ਜਿਹੜਾ ਕਹਿ ਲਓ ਕਿ ਪੰਥ ਦਾ ਜਿਹੜਾ ਅੱਖਾਂ ਦੇ ਪੱਟੀ ਬੰਨੀ ਹੋਈ ਸੀਗੀ ਉਹ ਲਾਉਣ ਦੇ ਲਈ। ਇਹ ਨਾ ਹੋਵੇ ਕਿ ਜਿਹੜੀ ਸਾਡੇ ਹਮ ਉਮਰ ਆ, ਸਾਡੇ ਸਾਥੀ ਆ, ਸਾਡੇ ਦੋਸਤ ਨੇ ਜਿਨ੍ਹਾਂ ਨੇ ਅੱਜ ਭਗਵੇਂ ਦੀ ਜਾਂ ਕਹਿ ਲਓ ਕਿ ਬੀਜੇਪੀ ਦੀ ਪੱਟੀ ਅੱਖਾਂ ਤੇ ਬੰਨ ਲਈ ਹੈ। ਸੋ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਦੇਖੋ ਜੀ, 100 ਸਾਲ ਲੱਗ ਜਾਣੇ ਤੁਹਾਨੂੰ ਵੀ ਲਾਉਣ ਲਈ। ਅੱਗੇ 3 ਜਨਰੇਸ਼ਨਾਂ ਬਾਅਦ ਅਸੀਂ ਉਹ ਲਾਈ ਆ, ਸਾਨੂੰ ਅੱਜ ਪਤਾ ਲੱਗਿਆ ਕਿ ਸਾਡੇ ਧਰਮ ਦੇ ਠੇਕੇਦਾਰ ਕੌਣ ਨੇ, ਸਾਡੇ ਧਰਮ ਦੇ ਚੋਰ ਕੌਣ ਨੇ। ਇੱਦਾਂ ਨਾ ਹੋਵੇ ਕਿ ਇਹ ਆਪਾਂ ਇੰਨੇ ਪੜ੍ਹੇ ਲਿਖੇ ਹੋ ਕੇ, ਇੰਨੇ ਕਹਿ ਲਓ ਕਿ ਆਪਣੀ ਟੈਕਨੋਲੋਜੀ ਦੇ ਸੈਵੀ ਹੁੰਦੇ ਹੋਏ ਵੀ ਤੇ ਅਸੀਂ ਉਹਨੂੰ ਆਪਾਂ ਇਹਨਾਂ ਦੀਆਂ ਗੱਲਾਂ 'ਚ ਆ ਕੇ ਕਿਤੇ ਨਾ ਕਿਤੇ ਘਾਟਾ ਫਿਰ ਖਾ ਜਾਈਏ। ਕਿਉਂਕਿ ਸਾਨੂੰ ਪੰਜਾਬ ਨੂੰ ਇੱਕ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਲੋੜ ਹੈ, ਸਾਨੂੰ ਮਸਲਿਆਂ ਦੀ ਸਮਝ ਹੋਣ ਦੀ ਬਹੁਤ ਲੋੜ ਹੈ, ਸਾਨੂੰ ਹਰ ਮੁੱਦੇ ਨੂੰ ਕ੍ਰਿਟੀਕਲ ਐਨਾਲਿਸਿਸ ਕਰਨ ਦੀ ਬਹੁਤ ਲੋੜ ਹੈ। ਜਸਟ ਇਸ ਲਈ ਨਹੀਂ ਸਾਨੂੰ ਕਿਸੇ ਦੇ ਨਾਲ ਖੜ ਜਾਣਾ ਚਾਹੀਦਾ ਕਿ ਲਾਈਕ ਠੀਕ ਆ ਜੀ, ਮੈਂ ਬੀਜੇਪੀ ਸਪੋਰਟਰ ਹਾਂ ਜਾਂ ਮੈਂ RSS ਦਾ ਸਪੋਰਟਰ ਹਾਂ ਜਾਂ ਮੈਂ ਅਕਾਲੀ ਦਲ ਦਾ ਸਪੋਰਟਰ ਹਾਂ। ਸੋ ਇਸ ਕਰਕੇ ਅਸੀਂ ਜਿੰਨਾ ਕਿ ਵੱਧ ਤੋਂ ਵੱਧ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਯੂਥ ਨੂੰ, ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ ਇਹਦੇ ਵਿੱਚ। ਮਤਲਬ ਕਿ ਨੁੱਕੜ ਮੀਟਿੰਗਾਂ ਕਰਕੇ ਨਾ ਸਿਰਫ ਇਸ ਕਾਨੂੰਨ ਦੇ ਬਾਰੇ ਨਵੀਂ ਜਨਰੇਸ਼ਨ ਜਿਹੜੀ ਆ, ਜਿਹੜੀ ਕਿਤੇ ਹੋ ਸਕਦਾ ਕਿ ਪੂਰੇ ਤਰੀਕੇ ਨਾਲ ਨਾ ਜਾਣਕਾਰੀ ਹੋਵੇ, ਉਹਨੂੰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ, ਮੋਬਿਲਾਈਜ਼ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਕਿ ਉਹ ਇਸ ਅੰਦੋਲਨ ਦੇ ਨਾਲ ਕਿਵੇਂ ਜੁੜਨ। ਇਹ ਡਿਊਟੀ ਜਿਹੜੀ ਆ ਤੁਸੀਂ ਨਾਲ ਦੀ ਨਾਲ ਸਾਂਭੀ ਹੋਈ ਹੈ। ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ। ਬਿਲਕੁਲ ਜੀ, ਬਿਲਕੁਲ ਜੀ। ਮੈਂ ਤੁਹਾਨੂੰ ਦੱਸਦਾ ਜੀ, ਅਸਲ ਦੇ ਵਿੱਚ ਜਦੋਂ ਅਸੀਂ ਆਪਣੀ ਫਾਊਂਡੇਸ਼ਨ ਬਾਰੇ ਬੈਠ ਕੇ ਦੋਸਤਾਂ ਨੇ ਇੱਕ ਗੱਲ ਬਣਾਈ ਸੀਗੀ, ਬੈਠੇ ਸੀਗੇ ਕਿ ਸਾਡਾ ਮੇਨ ਏਜੰਡਾ ਕੀ ਹੋਣਾ ਚਾਹੀਦਾ। ਸਾਡਾ ਮੇਨ ਏਜੰਡਾ ਪਾਣੀ ਦੇ ਉੱਪਰ ਸੀ, ਪੰਜਾਬ ਦੇ ਪਾਣੀ ਦੇ ਉੱਤੇ। ਪਰ ਜਦੋਂ ਕਿਸਾਨੀ ਦਾ ਮੁੱਦਾ ਹੋਇਆ, ਜੇ ਕਿਸਾਨੀ ਨਹੀਂ ਰਹੀ, ਦੇਖੋ ਇੱਕ ਗੱਲ ਕਿਤੇ ਦੀ ਨਹੀਂ ਹੈਗੀ, ਇਹ ਪੰਜਾਬ ਦੀ ਕਹਿ ਲਓ ਕਿ ਇੱਕ ਪੰਜਾਬੀਅਤ ਦੀ ਗੱਲ ਹੈਗੀ ਆ। ਇਹਦੇ ਨਾਲ ਯੂਥ ਜੁੜਿਆ ਹੋਇਆ ਜੀ, ਯੂਥ ਦੀ ਗੈਰਤ ਜੁੜੀ ਹੋਈ ਆ। ਜੇ ਯੂਥ ਅੱਜ ਇਸ ਤੋਂ ਪਿੱਛੇ ਹਟਦਾ ਆ ਜਾਂ ਇਹਨਾਂ ਨੂੰ ਇਹੀ ਲੱਗਦਾ, ਜਿੱਦਾਂ ਕਹਿ ਲਓ ਕਿ ਜਿਹੜੇ ਲੋਕੀ ਇਹਦੇ ਅਗੇਂਸਟ ਆ, ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਆ। ਇਹ ਬੇਸਿਕਲੀ ਇਹ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ, ਇਹ ਉਸ ਸਰਕਾਰ ਦਾ ਮੁੱਦਾ ਆ ਜਿਹੜੀ ਕਹਿੰਦੇ ਨਾ ਦਿੱਲੀ ਦੇ ਲੂਟੀਅਨਸ ਗਾਰਡਨ ਦੇ ਵਿੱਚ ਬੈਠੀ ਆ। ਉਹ ਕਲੋਨੀਅਲ ਐਰਾ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਗੋਰੇ ਪਿੱਛੇ ਛੱਡ ਗਏ ਨੇ, ਜਿਹੜੇ ਉਹ ਮੁੱਠੀ ਭਰ ਲੋਕ ਨੇ ਸਾਡੇ ਲਈ ਕਾਨੂੰਨ ਬਣਾਉਂਦੇ ਨੇ, ਇਹ ਉਹਨਾਂ ਦੇ ਅਗੇਂਸਟ ਆ ਜੀ। ਇਹ ਦਿੱਲੀ ਵਾਲਿਆਂ ਦੇ ਅਗੇਂਸਟ ਨਹੀਂ ਹੈਗੀ, ਉਹ ਦਿੱਲੀ ਦੇ ਉਹ ਸਪੈਸੀਫਿਕ ਉਹ ਏਰੀਆ ਜਿਹੜਾ ਕਲੋਨੀਅਲ ਏਰੀਆ ਆ, ਸਾਡੀ ਉਹਦੇ ਅਗੇਂਸਟ ਇੱਕ ਲੜਾਈ ਆ। ਉਹ ਇੱਕ ਕ੍ਰੀਏਟ ਕਰ ਦਿੰਦੇ ਆ ਜੀ, ਮੁੱਦਾ ਕ੍ਰੀਏਟ ਕਰ ਦਿੱਤਾ ਉਹਨਾਂ ਨੇ ਜੀ, ਆਹ ਜਿਹੜਾ ਕਿਸਾਨੀ ਦਾ ਹੁਣ ਹੈਗਾ ਆ। ਇਹਦੇ ਬਾਅਦ ਉਹਨਾਂ ਨੇ ਅੱਗੇ ਪਾਣੀਆਂ ਦਾ SYL ਦਾ ਲੈ ਕੇ ਬੈਠੇ ਆ। ਸੋ ਉਹ ਜੋ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਨੂੰ ਸਾਰੀ ਨੂੰ ਮੈਨੂਪਲੇਟ ਕੀਤਾ ਜਾਵੇ, ਆਪਸ ਦੇ ਵਿੱਚ ਲੜਾਇਆ ਜਾਵੇ। ਜਿੱਦਾਂ ਉਹਨਾਂ ਦਾ ਇੱਕ ਟੀਚਾ ਸੀਗਾ ਕਿ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਅਰਾ 66 ਦੇ ਵਿੱਚ ਸਾਨੂੰ ਦੇ ਕੇ ਗਏ ਸੀਗੇ, ਉਹ ਨਾਅਰਾ ਅੱਜ ਸਾਨੂੰ ਜਵਾਨ ਨੂੰ ਸਾਡੇ ਕਿਸਾਨ ਦੇ ਅਗੇਂਸਟ ਖੜਾ ਕਰ ਦਿੱਤਾ। ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਸੁਸਾਇਟੀ ਹੈ, ਸਾਡੀ ਇੱਕ ਪੰਜਾਬ ਇੱਕ ਇੱਦਾਂ ਦੀ ਸੁਸਾਇਟੀ ਜਿੱਥੇ ਕਦੀ ਵੀ ਕੋਈ ਰਾਈਟਸ ਨਹੀਂ ਹੋਈਆਂ, ਫਿਰਕਾ ਪ੍ਰਸਤੂ ਕੋਈ ਆਪਸ 'ਚ ਗੱਲ ਨਹੀਂ ਹੋਈ, ਜਦੋਂ ਦੀ ਦੇਸ਼ ਆਜ਼ਾਦ ਹੋਇਆ ਅਸੀਂ ਬੜੀ ਯੂਨੀਫਾਈਡ ਲੋਕ ਨੇ, ਬੜੀ ਯੂਨਿਟੀ 'ਚ ਰਹਿਣ ਵਾਲੇ ਲੋਕ ਨੇ। ਇਹਨਾਂ ਨੇ ਅਖੀਰ ਦੇ ਵਿੱਚ ਸਾਨੂੰ ਪੋਲਰਾਈਜ਼ ਕਰ ਦਿੱਤਾ ਹੈ।
ਅੱਜ ਸਾਡੀ ਸੁਸਾਇਟੀ ਨੂੰ ਵੰਡ ਦਿੱਤਾ। ਵੰਡਿਆ ਕਿਹਦੇ ਵਿੱਚ ਆ? ਇੱਕ ਲੋਕ ਨੇ ਜਿਹੜੇ ਕਹਿ ਰਹੇ ਆ ਕਿਸਾਨੀ ਦੇ ਹੱਕ 'ਚ ਗੱਲਾਂ ਕਰ ਰਹੇ ਨੇ, ਤੇ ਕੁਝ ਲੋਕ ਇਦਾਂ ਦੇ ਆ ਜਿਹੜੇ ਕਿਸਾਨ ਇਸ ਵਾਰੀ ਕਹਿ ਰਹੇ ਕਿ ਕਿਸਾਨ ਜਿਹੜੇ ਉਹ ਗਲਤ ਆ, ਉਹ ਮੰਗਾ ਕਿਉਂ ਨਹੀਂ ਮੰਨਦੇ ਪਏ। ਇਹ ਤਾਂ ਉਹੀ ਗੱਲ ਹੋ ਗਈ ਜੀ, ਜੇ ਕਿਸੇ ਦੀ ਹੁਣ ਮੈਂ ਕਹ ਲਓ ਕੋਈ ਦੁਕਾਨ ਚਲਾ ਰਿਹਾ ਹੈ, ਉਹਦੀ 10,000 ਰੁਪਇਆ ਇਨਕਮ ਆ, ਉਸ ਬੰਦੇ ਨੂੰ ਅਸੀਂ ਕਹਿ ਦਈਏ, ਗਵਰਨਮੈਂਟ ਕਹਿ ਦੇਵੇ ਜਿੱਦਾਂ ਕਰੋ ਜੀ ਤੁਸੀਂ ਦੁਕਾਨ ਬੰਦ ਕਰੋ, ਤੇ ਤੁਹਾਨੂੰ ਅਸੀਂ 12,000 ਰੁਪਇਆ ਦਿੰਦੇ ਆ, ਤੇ ਤੁਹਾਨੂੰ ਲੱਗਦਾ ਕਿ ਉਹ ਜਾਇਜ਼ ਆ? ਉਹ ਜਿਹੜੇ ਲੋਕਾਂ ਨੂੰ ਅਸੀਂ ਪੁੱਛੀਏ ਕਿ ਦੇਖੋ ਯਾਰ, ਜੇ ਤੁਹਾਨੂੰ ਉਹ 12,000 ਦਿੰਦੇ, ਤੁਸੀਂ ਕੀ ਆਪਣੀ ਦੁਕਾਨ ਦਾ ਸ਼ਟਰ ਡਾਊਨ ਕਰਕੇ ਆਪਣੀ ਦੁਕਾਨ ਕਿਸੇ ਅੰਬਾਨੀ ਜਾਂ ਅਦਾਨੀ ਨੂੰ ਵੇਚ ਕੇ 12,000 ਰੁਪਇਆ ਲੈਣਾ ਪਸੰਦ ਕਰੋਗੇ? ਉਦੋਂ ਉਹਨਾਂ ਦਾ ਜਵਾਬ ਹੁੰਦਾ ਨਹੀਂ। ਮੈਂ ਨਾ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਮੈਨੂੰ ਨਾ ਇੱਥੇ ਯਾਦ ਆ ਗਿਆ ਸੁਰਜੀਤ ਪਾਤਰ ਦਾ ਸ਼ੇਰ, ਜੇ ਮੈਂ ਗਲਤ ਨਹੀਂ ਹੈ ਤੇ ਪਾਤਰ ਹੋਰ ਸਾਹਿਬ ਨੇ ਲਿਖਿਆ ਸੀਗਾ ਕਿ ਪਿੰਡ ਜਿਨ੍ਹਾਂ ਦੇ ਗੱਡੇ ਚੱਲਦੇ ਚੌਧਰ ਤੇ ਸਰਦਾਰੀ, ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਬਿਲਕੁਲ ਉਹੀ ਚੀਜ਼ ਹੋ ਰਹੀ ਹੈ ਕਿ ਜਿਹੜੀ ਮਾਲਕੀਅਤ ਹੈ, ਜਿਹੜੇ ਖੇਤ ਦੀ ਵੱਟ ਦੇ ਉੱਤੇ ਤੁਰਦਾ ਕਿਸਾਨ ਕਹਿੰਦਾ ਕਿ ਮੈਂ ਸਰਦਾਰ ਹੁੰਨਾ ਆ। ਸਰਦਾਰ ਦਾ ਮਤਲਬ ਇਹ ਨਹੀਂ ਹੈ ਕਿ ਉਹਨੇ ਪਗੜੀ ਬੰਨੀ ਆ, ਸਰਦਾਰ ਮਤਲਬ ਉਹਦਾ ਮਾਲਕ ਆ ਜ਼ਮੀਨ ਦਾ ਉਹ। ਤੇ ਜਦੋਂ ਕੱਲ ਅਬਾਨੀਆਂ ਅਡਾਨੀਆਂ ਦੇ ਕੋਲ ਇਹ ਸਾਰਾ ਕੁਝ ਚੱਲ ਜਾਏਗਾ ਤੇ ਫਿਰ ਉਹ ਉੱਥੇ ਮਜ਼ਦੂਰ ਬਣ ਜਾਏਗਾ। ਔਰ ਇਸੇ ਗੱਲ ਦੀ ਲੜਾਈ, ਇਸੇ ਹੋਂਦ ਦੀ ਲੜਾਈ ਮੇਰਾ ਖਿਆਲ ਲੜੀ ਜਾ ਰਹੀ ਹੈ ਨਾ। ਬਿਲਕੁਲ ਜੀ, ਇਸੇ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਤੁਸੀਂ ਦੇਖੋ, ਜਦੋਂ ਮਨਮੋਹਨ ਸਿੰਘ ਦੀ ਗਵਰਨਮੈਂਟ, ਰਘੂਰਾਮ ਰਾਜਨ ਆਪਣੇ ਆਰਬੀਆਈ ਦੇ ਗਵਰਨਰ ਸੀਗੇ, ਉਹਨਾਂ ਨੇ ਇੰਡੀਅਨ ਸਕਿੱਲ ਜਿਹੜਾ ਅਥਾਰਟੀ ਬੋਰਡ ਸੀਗਾ, ਉਹਦੇ ਵਿੱਚ ਇੱਕ ਪ੍ਰਸਤਾਵ ਰੱਖਿਆ ਸੀ ਕਿ ਆਪਾਂ 58% ਜਿਹੜੀ ਸਾਡੀ ਪੋਪੂਲੇਸ਼ਨ ਆ ਉਹ ਡਾਇਰੈਕਟਲੀ ਖੇਤੀ ਤੇ ਡਿਪੈਂਡੈਂਟ ਹੈਗੀ ਆ, ਉਹਨੂੰ ਕਿਉਂ ਨਾ ਆਪਾਂ 3 ਤੋਂ 4 ਸਾਲਾਂ ਦੇ ਵਿੱਚ ਕਰਕੇ 36 ਤੋਂ 34% ਤੱਕ ਲੈ ਆਈਏ। ਸੋ ਤੁਸੀਂ ਆਪ ਲਾਓਗੇ ਕਿੰਨੀ ਪਰਸੈਂਟ, 24 ਤੋਂ 25% ਜਿਹੜੀ ਹੈਗੀ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਅਸੀਂ ਖੇਤਾਂ 'ਚੋਂ ਕੱਢ ਕੇ ਉਹਨਾਂ ਨੂੰ ਆਪਾਂ ਲੇਬਰਰ ਬਣਾ ਕੇ ਫੈਕਟਰੀਆਂ ਵਿੱਚ ਲੈ ਕੇ ਆਇਆ ਜਾਵੇ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਉਹ ਜਿਹੜੀ 58% ਇੰਡੀਆ ਦੀ ਪੋਪੂਲੇਸ਼ਨ ਆ ਉਹ ਟੈਕਸ ਨਹੀਂ ਦੇ ਰਹੀ, ਉਹ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈ ਇਕਨੋਮੀ ਦੇ ਵਿੱਚ। ਇਹਦਾ ਮਤਲਬ ਇਹੀ ਹੈ ਕਿ ਇਹ ਚਾਹੁੰਦੇ ਆ ਕਿ ਮੁਰਦਿਆਂ ਦੇ ਉੱਤੇ ਇੱਕ ਨਵੇਂ ਸ਼ਹਿਰ ਵਸਾਉਣਾ ਚਾਹੁੰਦੇ ਆ। ਮੈਨੂੰ ਤਾਂ ਇਹੀ ਲੱਗਦਾ ਕਿ ਆਪਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਕਿ ਇਕਨੋਮੀ ਤਾਂ ਹੀ ਹੁੰਦੀ ਆ ਜੇ ਇਨਸਾਨ ਹੋਵੇ, ਇਨਸਾਨਾਂ ਦੇ ਨਾਲ ਇਕਨੋਮੀਜ਼ ਹੁੰਦੀਆਂ। ਸਾਨੂੰ ਇਨਸਾਨੀਅਤ ਦੀ ਵੈਲਿਊ ਇਕਨੋਮੀ ਦੀ ਵੈਲਿਊ ਤੋਂ ਉੱਪਰ ਹੋਣੀ ਚਾਹੀਦੀ ਹੈ। ਹਿਊਮੈਨਿਟੀ ਸ਼ੁੱਡ ਆਲਵੇਜ਼ ਕਮ ਫਸਟ। ਇਹ ਮੇਰੀ ਪਰਸਨਲ ਸੋਚ ਆ ਜੀ। ਮੈਂ ਜੇ ਗਲਤ ਨਹੀਂ ਆ ਤੇ ਜਸਪ੍ਰੀਤ ਦਾਈਆ ਪੜ੍ਹਿਆ ਵੀ ਬਾਹਰਲੇ ਮੁਲਕ 'ਚ ਆ, ਹੈ ਨਾ, ਤੇ ਇੱਥੋਂ ਨੌਜਵਾਨੀ ਬਾਹਰਲੇ ਮੁਲਕਾਂ 'ਚ ਪੜ੍ਹਨ ਜਾਂਦੀ ਹੈ ਤੇ ਪੜ੍ਹ ਕੇ ਉੱਥੇ ਹੀ ਸੈੱਟ ਹੋਣ ਦੀ ਸੋਚਦੀ ਹੈ। ਤੇ ਅੱਜ ਇਹ ਤਰਾਸਦੀ ਹੈ, ਉਹ ਮਜਬੂਰੀ ਹੈ ਨੌਜਵਾਨਾਂ ਦੀ ਕਿ ਉਹਨਾਂ ਨੂੰ ਇੱਥੇ ਭਵਿੱਖ ਆਪਣਾ ਥੋੜ੍ਹਾ ਜਿਹਾ ਧੁੰਦਲਾ ਨਜ਼ਰ ਆਉਂਦਾ, ਇਸ ਕਰਕੇ ਉਹ ਸੋਚਦੇ ਕਿ ਬਾਹਰ ਹੀ ਆਪਣਾ ਭਵਿੱਖ ਬਣਾਉਂਦੇ ਆ। ਬਾਹਰ ਪੜ੍ਹ ਲਿਖ ਕੇ ਇੱਥੇ ਆਣ ਕੇ ਤੁਸੀਂ ਆਪਣਾ ਕਾਰੋਬਾਰ ਕਰ ਰਹੇ ਹੋ ਤੇ ਫਿਰ ਇੱਥੇ ਦੀ ਲੜਾਈ ਜਿਹੜੀ ਹੈ, ਇੱਥੇ ਦੇ ਹੋਂਦ ਦੀ ਲੜਾਈ ਜਿਹੜੀ ਲੋਕਾਂ ਵੱਲੋਂ ਲੜੀ ਜਾ ਰਹੀ ਹੈ, ਉਹਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ। ਕਦੀ ਇੱਦਾਂ ਨਹੀਂ ਲੱਗਾ ਕਿ ਮੈਂ ਜਿੱਥੇ ਪੜ੍ਹਿਆ, ਜਿਸ ਮੁਲਕ ਦੇ ਵਿੱਚ ਬਹੁਤ ਵੱਡਾ ਮੁਲਕ ਆ, ਉੱਥੇ ਆਪਣੇ ਆਪ ਨੂੰ ਸੈੱਟ ਕਰ ਲੈਂਦਾ ਤੇ ਭਵਿੱਖ ਬਿਹਤਰ ਹੋਣਾ ਸੀਗਾ? ਇੱਥੇ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਆ, ਤਰ੍ਹਾਂ ਤਰ੍ਹਾਂ ਦੀਆਂ ਲੜਾਈਆਂ ਆ। ਮੈਂ ਇਹਨਾਂ ਲੜਾਈਆਂ ਦੇ ਵਿੱਚ ਕਿਉਂ ਪੈ ਰਿਹਾ, ਮੈਂ ਇਹ ਵੀ ਥੋੜ੍ਹਾ ਜਿਹਾ ਕਾਰਨ ਜਿਹੜਾ ਉਹ ਜਾਣਨਾ ਚਾਹੁੰਦਾ ਆ। ਹੋ ਸਕਦਾ ਜੀ ਇਹ ਖੂਨ ਦੇ ਵਿੱਚ ਹੋਵੇ ਜੀ, ਕਿ ਜਿਹੜੀ ਪੰਜਾਬੀਅਤ ਹੈ ਜਾਂ ਪੰਜਾਬੀ ਹੋਣ ਦੀ ਇੱਕ ਹੋਂਦ ਆ ਜੋ ਸਾਨੂੰ ਫੈਮਿਲੀ ਤੋਂ ਮਿਲੀ ਆ, ਸਰਦਾਰੀ ਕਹਿ ਲਓ, ਉਹ ਬਾਹਰ ਜਾ ਕੇ ਖਤਮ ਹੋ ਜਾਂਦੀ ਹੈ ਜੀ। ਇੱਕ ਜਨਰੇਸ਼ਨ ਤੱਕ ਤੁਹਾਡੇ ਪਾਸਪੋਰਟ ਜਿਹੜੇ ਹੈਗੇ ਆ ਉਹ ਨੀਲੇ ਰਹਿੰਦੇ ਆ, ਫਿਰ ਲਾਲ ਹੋ ਜਾਂਦੇ ਆ, ਪਰ ਸਾਡੇ ਜਿਹੜੇ ਬਾਹਰ ਲੋਕ ਚਲੇ ਜਾਂਦੇ ਆ ਕਾਫੀ, ਉਹ ਹਰ ਜਦੋਂ ਵੀ ਤੁਸੀਂ ਕਿਸੇ ਵਾਲੇ ਨੂੰ ਮਿਲੋ ਤੇ ਉਹਨਾਂ ਦੀ ਇੱਕੋ ਗੱਲ ਹੁੰਦੀ ਕਿ ਪੁੱਤ ਮੈਂ 6 ਮਹੀਨੇ ਸਾਲ 'ਚ ਵਾਪਸ ਸ਼ਹਿਰ ਚਲੇ ਜਾਣਾ ਆ। ਸਾਡੇ ਖੁਦ ਦੇ ਦੋਸਤ ਜਿਹੜੇ ਬਾਹਰ ਗਏ ਆ ਵੈਰੀ ਵੈਲ ਸੈਟਲਡ ਹੈਗੇ ਆ, ਪਰ ਉਹਨਾਂ ਨੂੰ ਹਮੇਸ਼ਾ ਹੁੰਦਾ ਕਿ ਅਸੀਂ ਪਿੱਛੇ ਕੁਛ ਨਾ ਕੁਛ ਕੀਤਾ ਜਾਵੇ। ਸੋ ਮੈਂ ਇਸ ਕਰਕੇ ਮੇਰੇ ਵਾਪਸ ਆਉਣ ਦਾ ਜਿਹੜਾ ਮੇਨ ਰੀਜ਼ਨ ਤਾਂ ਇਹ ਸੀਗਾ ਜੀ, ਮੈਨੂੰ ਸੀਗਾ ਕਿ ਜੇ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਜਾਵੇ, ਉੱਥੇ ਰਹਿ ਕੇ ਅਸੀਂ ਉਹ 10 to 5 ਦੇ ਵਿੱਚ ਫਸ ਜਾਂਦੇ ਆ, ਜਿਹਦਾ ਕੋਈ ਕਹਿ ਲਓ ਕਿ ਕੋਈ ਲਾਈਫ ਦੇ ਵਿੱਚ ਜੇ ਆਪਾਂ ਮਾਇਨੇ ਘੱਟ ਹੁੰਦੇ। ਬਿਲਕੁਲ ਜੀ, ਉਹ ਹੁਣ ਰੋਜ਼ੀ ਰੋਟੀ ਚਲਾਉਣ ਤੱਕ ਸੀਮਤ ਹੈ, ਕੋਈ ਪ੍ਰਾਪਤੀ ਕੋਈ ਨਹੀਂ। ਦੇਖੋ ਬਾਕੀ ਪਰਮਾਤਮਾ ਦੀ ਦਇਆ ਨਾਲ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤਾਂ ਕੀਤੀਆਂ ਜੀ, ਅਸੀਂ ਖੁਦ ਮਿਹਨਤ ਕਰ ਰਹੇ ਹਾਂ। ਮੈਂ ਕਾਲਜ ਟਾਈਮ ਦੇ ਵਿੱਚ ਹੀ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਤੇ ਮੈਂ ਦੇਖਿਆ ਕਿ ਜਿੰਨਾ ਕੁ ਸਾਨੂੰ ਪਰਮਾਤਮਾ ਨੇ ਦਿੱਤਾ, ਖਾਣੀ ਤਾਂ ਰੋਟੀ ਹੁੰਦੀ ਆ, ਕਿਉਂ ਨਾ ਆਪਾਂ ਕੁਛ ਇੱਦਾਂ ਦਾ ਸੋਸਾਇਟੀ ਨੂੰ ਕੁਛ ਦੇ ਕੇ ਜਾਈਏ। ਮੈਂ ਸੋਸ਼ਲ ਵਰਕ ਕਰਦੇ ਨੇ ਮੈਨੂੰ ਹੁਣ ਘੱਟੋ ਘੱਟ 6 ਤੋਂ 7 ਸਾਲ ਹੋ ਗਏ ਆ ਜੀ। ਐਜੀਟੇਸ਼ਨ ਦੇ ਵਿੱਚ ਪਾਰਟ ਲੈਂਦੇ ਨੂੰ ਹੁਣ ਮੈਨੂੰ 1.5 ਤੋਂ 2 ਸਾਲ ਹੋ ਗਏ। ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਕਿਉਂ ਨਾ ਬੀ ਅ ਪਾਰਟ ਆਫ ਦ ਐਜੀਟੇਸ਼ਨ। ਰੀਜ਼ਨ ਕੀ ਹੈ ਕਿ ਸਰਕਾਰਾਂ ਨੂੰ ਚੈਲੰਜ ਕਰਨਾ, ਕਿਉਂਕਿ ਮੇਰੇ ਕੋਲ ਗਵਾਉਣ ਲਈ ਗਵਾਉਣ ਲਈ ਕਹਿ ਲਓ ਕਿ ਕੁਛ ਨਹੀਂ ਹੈਗਾ ਜੀ। ਇੱਕ ਹੁੰਦਾ ਨੇ ਕਿ ਮੈਨੂੰ ਕੋਈ ਲਾਸ ਕੋਈ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ, ਕਿਉਂਕਿ ਮੈਂ ਆਪਣਾ ਵੈਲ ਸੈਟਲਡ ਆ, ਮੇਰੀ ਫਾਈਨੈਂਸ਼ੀਅਲ ਇਨਕਮ ਠੀਕ ਆ ਜੀ, ਮੈਂ ਕੰਮ ਮੇਰਾ ਠੀਕ ਹੈਗਾ, ਮੈਂ ਆਪਣਾ ਜੌਬ ਕਰਦਾ। ਇਹੀ ਤਾਂ ਵੱਡੀ ਗੱਲ ਹੈ ਨਾ ਕਿ ਜਿਹੜੇ ਸੈਟਲਡ ਨੇ, ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਕੰਮਕਾਰ ਠੀਕ ਹੈ, ਉਹਨਾਂ ਨੂੰ ਕਿਸੇ ਦੀ ਸਮੱਸਿਆ ਲੱਗਦੀ ਨਹੀਂ। ਉਹਨਾਂ ਨੂੰ ਸਮੱਸਿਆ ਉਦੋਂ ਵੱਡੀ ਲੱਗਦੀ ਜਦੋਂ ਉਹਨਾਂ ਤੇ ਆਪਣੇ ਤੇ ਪੈਂਦੀ ਹੈ। ਬਿਲਕੁਲ ਸਹੀ ਜੀ, ਜਦੋਂ ਗੁਆਂਢੀ ਦੇ ਘਰ ਨੂੰ ਅੱਗ ਲੱਗਦੀ ਆਪਾਂ ਅੱਖਾਂ ਬੰਦ ਕਰ ਲੈਨੇ, ਪਰ ਉਹ ਇਹ ਨਹੀਂ ਪਤਾ ਹੁੰਦਾ ਜਿਹੜੇ ਗੁਆਂਢ 'ਚ ਅੱਗ ਲੱਗੀ ਉਹ ਘਰ ਆਪਣੇ ਵੀ ਅੱਗ ਆਉਣੀ ਹੈ ਜੀ। ਤੇ ਕਿਉਂ ਨਾ ਅਸੀਂ ਉਹ ਅੱਗ ਪਹਿਲਾਂ ਹੀ ਬੁਝਾ ਦਿੱਤੀ ਜਾਵੇ।
ਕਿਉਂ ਨਾ ਇਸ ਸੁਸਾਇਟੀ ਦੀ ਹਰ ਇੱਕ ਲੋੜ ਆ ਉਹਦੇ ਨੂੰ ਪੂਰਾ ਕੀਤਾ ਜਾਵੇ। ਜੇ ਵਾਕਈ ਲੋੜ ਹੈਗੀ ਆ, ਜੇ ਅੰਦੋਲਨ ਦੀ ਲੋੜ ਆ ਉਹਨੂੰ ਅੰਦੋਲਨ ਦੇ ਨਾਲ ਕੀਤਾ ਜਾਵੇ, ਜੇ ਸੋਸ਼ਲ ਵਰਕ ਦੀ ਲੋੜ ਆ ਉਹਨੂੰ ਸੋਸ਼ਲ ਵਰਕ ਦੇ ਹਿਸਾਬ ਨਾਲ ਕੀਤਾ ਜਾਵੇ। ਸੋ ਬਾਹਰੋਂ ਮੈਂ ਥੋੜੀ ਜਿਹੀ ਗੱਲ ਜਿਹੜੀ ਉਹ ਤੁਹਾਡੀ ਸਬਰ ਫਾਊਂਡੇਸ਼ਨ ਦੀ ਵੀ ਕਰਨੀ ਚਾਹੁੰਦਾ ਕਿ ਤੁਹਾਡੀ ਸਬਰ ਫਾਊਂਡੇਸ਼ਨ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਇਸ ਕਿਸਾਨ ਅੰਦੋਲਨ ਦੇ ਵਿੱਚ ਕੀ ਆਪਣੀ ਭੂਮਿਕਾ ਜਿਹੜੀ ਆ ਉਹ ਨਿਭਾ ਰਹੀ ਹੈ। ਕਿਉਂਕਿ ਇੱਕ ਪਹਿਲੂ ਦੀ ਤਾਂ ਆਪਾਂ ਗੱਲ ਕਰ ਲਈ ਕਿ ਦੂਸਰੇ ਪਹਿਲੂ ਦੇ ਵਿੱਚ ਉਹ ਬੜਾ ਵੱਡਾ ਕਾਰਜ ਆ ਤੇ ਕਹਿ ਸਕਦੇ ਕਿ ਉਹ ਸੀਮਤ ਨਹੀਂ ਹੈ ਕਿਸੇ ਇੱਕ ਥਾਂ ਤੱਕ, ਉਹ ਵਰਲਡ ਵਾਈਡ ਹੈ ਜਦੋਂ ਖਾਲਸਾ ਏਡ ਦੀ ਗੱਲ ਕਰਦੇ ਆ। ਪਰ ਤੁਹਾਡੀ ਜਿਹੜੀ ਸਬਰ ਫਾਊਂਡੇਸ਼ਨ ਆ ਉਹ ਕਿਵੇਂ ਕੰਮ ਕਰਦੀ ਹੈ, ਉਹ ਇਸ ਅੰਦੋਲਨ ਦੇ ਵਿੱਚ ਕਿੱਥੇ ਕਿੱਥੇ ਕਿਵੇਂ ਕਿਵੇਂ ਭੂਮਿਕਾ ਨਿਭਾ ਰਹੀ ਹੈ, ਇਹ ਗੱਲ ਕਰਨੀ ਵੀ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ। ਦੇਖੋ, ਸਬਰ ਫਾਊਂਡੇਸ਼ਨ ਦੇ ਵਿੱਚ ਅਸੀਂ ਬੇਸਿਕਲੀ ਸਬਰ ਨਾਮ ਰੱਖਿਆ ਗਿਆ ਸੀਗਾ ਸਤਲੁਜ, ਬਿਆਸ ਦੇ ਰਾਵੀ 3 ਦਰਿਆਵਾਂ ਦੇ ਕੋਲ। ਜਦੋਂ ਇੱਕ ਟਾਈਮ ਤੇ 7 ਦਰਿਆ ਹੁੰਦੇ, ਸਾਡੇ ਕੋਲ 5 ਹੋ ਗਏ, ਹੁਣ 3 ਹੋ ਗਏ। ਸਾਨੂੰ ਸੀਗਾ ਕਿ ਤਿੰਨਾਂ ਦੇ ਵੀ ਕਿਤੇ ਇੱਕ ਦਾ 2 ਨਾ ਰਹਿ ਜਾਣ, ਕਿਉਂਕਿ ਜੇ ਸਤਲੁਜ ਵੀ ਬਾਹਰ ਕੱਢ ਲਿਆ ਗਿਆ ਹੋਵੇ ਨਾ। ਇਸ ਕਰਕੇ ਜਦੋਂ ਅਸੀਂ ਕਿਸਾਨੀ ਦੇ ਅੰਦੋਲਨ ਦੇ ਵਿੱਚ ਆਏ ਤੇ ਅਸੀਂ ਸਬਰ ਫਾਊਂਡੇਸ਼ਨ ਵਿੱਚ ਵੈਰੀ ਸਾਇਲੈਂਟਲੀ ਅਸੀਂ ਕੰਮ ਕਰ ਰਹੇ। ਤੁਹਾਨੂੰ ਦੱਸਿਆ ਕਿ ਅਸੀਂ ਨੁੱਕਰ ਮੀਟਿੰਗਸ ਕਰ ਰਹੇ ਹਾਂ। ਅਸੀਂ ਈਵਨ ਅਸੀਂ ਹੁਣ ਇਹ ਪਲਾਨ ਕੀਤਾ ਸੀ ਥੋੜ੍ਹੇ ਦਿਨ ਪਹਿਲਾਂ, ਸਾਡਾ ਪਲਾਨ ਸੀ ਕਿਉਂ ਅਸੀਂ ਨੁੱਕਰ ਨਾਟਕ ਵੀ ਕੀਤੇ ਜਾਣ ਕਿ ਜਿੰਨਾ ਵੱਧ ਤੋਂ ਵੱਧ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਕਿਉਂਕਿ ਪ੍ਰੋਬਲਮ ਕੀ ਆ ਜਾਂਦੀ ਆ, ਕੋਈ ਉੱਥੋਂ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਜਦੋਂ ਤੁਸੀਂ ਦਿੱਲੀ ਬਾਰਡਰ ਤੇ ਜਾ ਰਹੇ ਹੋ ਨਾ, ਉੱਥੇ ਇੱਕੋ ਧਰਮ ਆ, ਇੱਕੋ ਜਾਤ ਆ, ਉਹ ਹੈਗੀ ਕਿਸਾਨੀ ਜੀ। ਪਰ ਉੱਥੇ ਕਈ ਵਾਰੀ ਕੁਝ ਗਰਮ ਖਿਆਲੀਆਂ ਵੱਲੋਂ ਕੁਝ ਇਦਾਂ ਦੇ ਬਿਆਨ ਦਿੱਤੇ ਜਾਂਦੇ ਆ ਜਿਹੜੇ ਪਿੱਛੇ ਪੰਜਾਬ 'ਚ ਲੋਕੀ ਹਜੇ ਤੱਕ ਉੱਥੇ ਨਹੀਂ ਗਏ। ਉਹਨੂੰ ਲੱਗਦਾ ਕਿ ਉਹ ਸਾਡੇ ਧਰਮ ਜਾਂ ਸਾਡੇ ਜਾਤ ਬਾਰੇ ਉੱਥੋਂ ਕੋਈ ਬਿਆਨ ਦਿੱਤੇ ਜਾ ਰਹੇ ਨੇ। ਪਰ ਉਹਨਾਂ ਨੂੰ ਸਾਡੀ ਇੱਕ ਰਿਕੁਐਸਟ ਹੈ ਕਿ ਪਲੀਜ਼ ਅਸੀਂ ਉਹਨਾਂ ਨੂੰ ਜਾ ਕੇ ਦੱਸ ਰਹੇ ਕਿ ਇੱਕ ਵਾਰੀ ਉੱਥੇ ਜਾਓ, ਜਾ ਕੇ ਤੁਹਾਨੂੰ ਪਤਾ ਲੱਗੇ ਕਿ ਉੱਥੇ ਜਾਤ ਪਾਤ ਹੈ ਨਹੀਂ ਗੀ, ਉੱਥੇ ਧਰਮ ਹੈ ਨਹੀਂਗਾ। ਉੱਥੇ ਜਸਟ ਤੁਹਾਨੂੰ ਜਾਂ ਸੇਵਾਦਾਰ ਮਿਲਣਗੇ ਜਾਂ ਉੱਥੇ ਜਿਹੜੇ ਆਪਣੇ ਅੰਦੋਲਨ ਕਰ ਰਹੇ ਹੋਰ ਤੀਜਰਾ ਬੰਦਾ ਉੱਥੇ ਤੁਹਾਨੂੰ ਕੋਈ ਨਹੀਂ ਦਿਖ ਰਿਹਾ। ਸੋ ਈਵਨ ਜੇ ਉੱਥੇ ਮੀਡੀਆ ਵੀ ਜਾ ਰਹੇ, ਉਹ ਆਪਣੀ ਸੇਵਾ ਸਮਝ ਕੇ ਜਾ ਰਿਹਾ, ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਅਸੀਂ ਇੱਥੇ ਆਪਣੀ ਜੌਬ ਕਰਨ ਆਏ ਹੋਏ ਹਾਂ। ਸੋ ਇਸ ਕਰਕੇ ਅਸੀਂ ਉਹਦੇ ਸਬਰ ਦੇ ਵਿੱਚ ਫਿਲਹਾਲ ਜਿਹੜਾ ਆ ਸਾਡਾ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਜਿੰਨੀ ਅਵੇਅਰਨੈਸ ਹੋਵੇ, ਅਸੀਂ ਪਰਚੇ ਵੰਡਦੇ ਪਏ ਹਾਂ, ਪੈਂਫਲੇਟਸ ਡਿਸਟਰੀਬਿਊਟ ਕਰ ਰਹੇ ਹਾਂ। ਸ਼ਹਿਰ ਦੇ ਵਿੱਚ ਅਸੀਂ ਫਲੈਕਸਿਸ ਲਗਾਈਆਂ ਹੋਈਆਂ ਆ ਕਿ ਐਟਲੀਸਟ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਾਨੂੰਨ ਹੈਗੇ ਕੀ ਆ, ਤੇ ਕਿਉਂ ਧੱਕਾ ਹੋ ਰਿਹਾ ਹੈ, ਕਿਉਂ ਸਰਕਾਰਾਂ ਕਰ ਰਹੀਆਂ ਆ। ਕਿਉਂਕਿ ਹਰ ਵਾਰੀ ਆਪਾਂ ਨੂੰ ਇਕਨੋਮੀ ਨਹੀਂ ਦੇਖਣੀ ਚਾਹੀਦੀ, ਹਰ ਵਾਰੀ ਸਾਨੂੰ ਆਪਣਾ ਇੱਕ ਹਿਊਮੈਨਿਟੇਰੀਅਨ ਨਾਂ ਦੀਆਂ ਵੀ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਭੁੱਲ ਜਾਂਦੀਆਂ ਆ। ਬਹੁਤ ਜ਼ਰੂਰੀ ਹੈ। ਇੱਥੇ ਮੈਂ ਆਪਣੇ ਵਿਊਅਰਸ ਨੂੰ ਦੱਸ ਵੀ ਦੇਵਾਂਗੇ, ਸ਼ਾਰਟ ਵੀ ਅਸੀਂ ਦਿਖਾ ਦਾਂਗੇ, ਤਸਵੀਰਾਂ ਵੀ ਦਿਖਾ ਦਾਂਗੇ। ਜਸਪ੍ਰੀਤ ਦਾਈਆ ਨੇ ਆਪਣੇ ਰੈਸਟੋਰੈਂਟ ਦੇ ਬਾਹਰ ਇੱਕ ਬਹੁਤ ਵੱਡੀ ਫਲੈਕਸ ਜਿਹੜੀ ਆ ਉਹ ਲਿਖ ਕੇ ਲਾਤੀ ਹੈ, ਛਪਵਾ ਕੇ ਲਾਤੀ, ਬਣਵਾ ਕੇ, ਜਿਹਦੇ ਵਿੱਚ ਇਹਨਾਂ ਕਾਨੂੰਨਾਂ ਦੇ ਬਾਰੇ ਲਿਖਿਆ, ਇਹਨਾਂ ਦੇ ਨੁਕਸਾਨਾਂ ਦੇ ਬਾਰੇ ਲਿਖਿਆ ਤੇ ਇਸ ਅੰਦੋਲਨ ਦੇ ਬਾਰੇ ਲਿਖਿਆ ਕਿ ਕਿਉਂ ਇਹ ਅੰਦੋਲਨ ਕੀਤਾ ਜਾ ਰਿਹਾ, ਕਿਉਂ ਲੋੜੀਂਦਾ ਆ ਪੰਜਾਬੀਆਂ ਲਈ ਖਾਸ ਤੌਰ ਤੇ ਇਹ ਅੰਦੋਲਨ, ਕਿਉਂ ਕਿਸਾਨੀ ਲਈ ਲੋੜੀਂਦਾ ਆ। ਤੇ ਕੱਲੀ ਕਿਸਾਨੀ ਨਹੀਂ, ਇਸ ਕਾਨੂੰਨਾਂ ਦੇ ਨਾਲ ਕਿੱਥੇ ਕਿੱਥੇ ਕਿਹੜੇ ਕਿਹੜੇ ਸੈਕਟਰ ਨੂੰ ਸਭ ਤੋਂ ਵੱਧ ਪ੍ਰਭਾਵ ਪਏਗਾ, ਮਾਰ ਪੈਗੀ, ਇਹਦੇ ਬਾਰੇ ਵੀ ਉਸ ਫਲੈਕਸ ਬੋਰਡ ਦੇ ਵਿੱਚ ਬਕਾਇਦਾ ਛਪਵਾ ਕੇ ਲਿਖਿਆ ਗਿਆ। ਸੋ ਇਸ ਨੌਜਵਾਨ ਦੇ ਨਾਲ ਗੱਲਬਾਤ ਕਰਨ ਦਾ ਮਕਸਦ ਸੀਗਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਭਟਕੀ ਹੋਈ ਹੈ, ਪੰਜਾਬ ਦੀ ਨੌਜਵਾਨੀ ਵਿਦੇਸ਼ ਜਾਣ ਲਈ ਹਮੇਸ਼ਾ ਇੱਛੁਕ ਰਹਿੰਦੀ ਹੈ, ਇੱਥੇ ਰਹਿਣਾ ਕੋਈ ਪਸੰਦ ਨਹੀਂ ਕਰਦਾ, ਪਰ ਇਹ ਨੌਜਵਾਨ ਵਿਦੇਸ਼ ਦੇ ਵਿੱਚ ਪੜ੍ਹਦਾ ਆ, ਵਾਪਸ ਕੰਮ ਪੰਜਾਬ 'ਚ ਕਰਦਾ ਆ, ਨਾ ਸਿਰਫ ਆਪਣਾ ਬਿਜ਼ਨਸ ਸੈਟਲ ਕਰਦਾ ਬਲਕਿ ਨਾਲ ਦੀ ਨਾਲ ਇਹ ਜਿਹੜੇ ਅੰਦੋਲਨ ਨੇ, ਲੜਾਈਆਂ ਨੇ, ਸਮਾਜ ਸੇਵਾ ਦੀ ਗੱਲ ਹੈ, ਉੱਥੇ ਵੀ ਖੜਦਾ ਜਿਹੜਾ ਉਹ ਨਜ਼ਰ ਆਉਂਦਾ ਆ। ਫਿਲਹਾਲ ਕੋਸ਼ਿਸ਼ ਇਹੀ ਹੈ ਕਿ ਇਸ ਨੁਕਤੇ ਦੇ ਵਿੱਚੋਂ ਜਿਹੜੀ ਆ ਉਹ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਚੱਲਦਾ ਪਿਆ ਇਹਦੇ ਵਿੱਚ ਨਾ ਕੋਈ ਇੱਕ ਰੰਗ, ਨਾ ਨਸਲ, ਨਾ ਧਰਮ, ਨਾ ਜ਼ਾਤ ਤੇ ਨਾ ਇੱਕ ਖਿੱਤਾ। ਇਹ ਵੀ ਜ਼ਰੂਰੀ ਗੱਲ ਕਰਨੀ ਬਣਦੀ ਹੈ ਕਿ ਇਕੱਲਾ ਪੰਜਾਬ ਨਹੀਂ ਹੈ, ਹੁਣ ਇਹ ਪੰਜਾਬ ਦਾ ਅੰਦੋਲਨ ਨਾ ਰਹਿ ਕੇ ਇਹ ਮੁਲਕ ਦੇ ਕਿਸਾਨਾਂ ਦਾ, ਮੁਲਕ ਦੇ ਲੋਕਾਂ ਦਾ ਅੰਦੋਲਨ ਬਣ ਗਿਆ। ਮੈਂ ਤਾਂ ਇਹਨੂੰ ਕੌਮਾਂਤਰੀ ਅੰਦੋਲਨ ਕਹਿੰਦਾ ਹੁੰਦਾ। ਜਦੋਂ ਇਹਦੇ ਪੱਖ ਦੇ ਵਿੱਚ ਕੈਨੇਡਾ ਦੇ ਵਿੱਚ ਕਿਤੇ ਰੈਲੀਆਂ ਹੁੰਦੀਆਂ ਨੇ, ਕਿਤੇ ਅਮਰੀਕਾ 'ਚ ਰੈਲੀਆਂ ਹੁੰਦੀਆਂ, ਕਿਤੇ UNO ਵਿੱਚ ਸ਼ਾਮਲ ਹੋ ਜਾਂਦਾ ਤੇ ਕਿਤੇ ਅਮਰੀਕਾ ਦੇ MP ਲਿਖ ਕੇ ਦਿੰਦੇ ਆਪਣੀ ਸਰਕਾਰ ਨੂੰ ਕਿ ਭਾਈ ਇਸ ਪਾਸੇ ਵੱਲ ਧਿਆਨ ਦਿਓ। ਆਖਰੀ ਨੁਕਤਾ, ਆਖਰੀ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਜਸਪ੍ਰੀਤ? ਆਖਰੀ ਗੱਲ ਦੇਖੋ ਜੀ, ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ, ਜਿਹੜੇ ਮੁੱਠੀ ਭਰ ਦਿੱਲੀ ਬੈਠੇ ਲੋਕ ਨੇ, 47 ਦੇ ਵਿੱਚ ਕਦੀ ਵੀ ਕਿਸੇ ਪੰਜਾਬ ਦੇ ਮੁਸਲਮਾਨ ਨੇ ਇੱਕ ਮੁਸਲਿਮ ਸਟੇਟ ਦੀ ਮੰਗ ਨਹੀਂ ਕੀਤੀ, ਪਰ ਫਿਰ ਵੀ ਪੰਜਾਬ ਦੇ ਐਨ ਵਿਚਕਾਰ ਇੱਕ ਰੈੱਡ ਕਲਿਫ ਲਾਈਨ ਖਿੱਚ ਦਿੱਤੀ, ਵੰਡਿਆ ਕਿਹਨੂੰ? ਪੰਜਾਬ ਨੂੰ। ਪਰ ਅੱਜ ਉਹੀ ਪੰਜਾਬੀ ਸਾਡੇ ਬਾਰਡਰਾਂ ਦੇ ਪਰੇ ਖੜੇ ਕਰ ਦਿੱਤੇ। 1966 ਆ ਜਾਂਦਾ ਜੀ। 66 ਦੇ ਵਿੱਚ ਕਿਸੇ ਵੀ ਪੰਜਾਬ, ਜਿਹੜੀ ਪੰਜਾਬੀ ਸੂਬੇ ਦੀ ਮੰਗ ਸੀਗੀ, ਉਹ ਪੰਜਾਬ ਦੀ ਇੱਕ ਪੋਲੀਟੀਕਲ ਪਾਰਟੀ ਦੀ ਮੰਗ ਸੀਗੀ। ਉਹਦੇ ਵੀ ਇੱਕ ਕਹਿ ਲਓ ਕਿ ਇੱਕ ਨੇਤਾ ਜਿਹੜੇ ਨਵੇਂ ਜੁੜੇ ਸੀਗੇ, ਉਹਨਾਂ ਦੀ ਮੰਗ ਸੀ, ਜਿਨ੍ਹਾਂ ਨੂੰ ICS ਦੇ ਉਦੋਂ ਇੰਡੀਅਨ ਸਿਵਲ ਸਰਵਿਸਿਜ਼ ਹੁੰਦੀਆਂ ਸੀ, ਉਹਨਾਂ ਵਿੱਚੋਂ ਕੱਢਿਆ ਕਿਸ ਗਲੇ ਕਰਪਸ਼ਨ ਦੇ ਚਾਰਜਿਸ ਕਰਕੇ। ਉਹਦੇ ਬਾਅਦ ਜਦੋਂ 66 ਦੀ ਉਹਨਾਂ ਦੀ ਮੰਗ ਹੁੰਦੀ ਕਿ ਉਹਨਾਂ ਨੇ ਜਦੋਂ ਦਿੱਲੀ ਵਾਲਿਆਂ ਨੇ ਦੇਖਿਆ ਕਿ ਇਹਨਾਂ ਦੇ ਕੁਝ ਕਹਿ ਲਓ ਕਿ ਜਿਹੜੇ ਲੀਡਰਸ ਨੇ, ਮੌਕਾ ਪ੍ਰਸ ਲੀਡਰਸ ਨੇ, ਕਿਉਂ ਨਾ ਇਹਨਾਂ ਦੀਆਂ ਜਿਹੜੀਆਂ ਸੀਟਾਂ ਸਾਡੀਆਂ MP ਦੀਆਂ 51 ਸੀਟਾਂ ਹੁੰਦੀਆਂ ਸੀ 1966 ਦੇ ਵਿੱਚ, ਉਹ 66 ਸੀਟਾਂ ਅੱਜ ਰਹਿ ਕੇ ਸਾਡੇ ਕੋਲ 13 ਰਹਿ ਗਈਆਂ। ਸਾਡੀ ਜਿਹੜੀ ਪਾਵਰ ਸੈਂਟਰ 'ਚ ਆਪਣੇ ਆਪ ਘਟਾ ਲਈ ਹੈ ਇਹਨਾਂ ਲੋਕਾਂ ਨੇ।
ਉਹਦੇ ਬਾਅਦ ਆ ਜਾਂਦਾ ਜੀ ਜਦੋਂ ਆਪਣੀ ਗੱਲ ਕਰ ਦਿੰਦੇ ਹਾਂ ਆਪਾਂ 84 ਦੇ ਵਿੱਚ। 84 ਦੇ ਵਿੱਚ ਕੀ ਹੁੰਦਾ ਆ ਕਿ ਜਦੋਂ ਇੱਕ ਕਮਿਊਨਿਟੀ ਨੇ, ਸਿੱਖ ਕਮਿਊਨਿਟੀ ਨੇ ਆਪਣੀ ਖੁਦਮੁਖਤਾਰੀ ਮੰਗਦੀ ਹੈ, ਹੈ ਨਾ, ਉਹਨਾਂ ਨੂੰ ਉਹ ਖੁਦਮੁਖਤਾਰੀ ਦੇਣ ਦੀ ਜਗ੍ਹਾ ਦੇ ਉੱਤੇ, ਆਟੋਨੋਮਸ ਸਟੇਟ ਦੇਣ ਦੀ ਜਗ੍ਹਾ 'ਤੇ ਉਹਨਾਂ 'ਤੇ ਗੋਲੀਆਂ ਚਲਾਈਆਂ ਜਾਂਦੀਆਂ ਜੀ। ਉਸ ਗੋਲੀਆਂ ਦਾ ਜਿਹੜਾ ਬਜਟ ਆ, ਉਹ ਕਹਿ ਲਓ ਕਿ ਜਿਹੜਾ ਉਸ ਟਾਈਮ ਦਾ ਖਰਚਾ ਜਿਹੜਾ ਹੋਇਆ ਸੀ, ਉਹ ਅੱਜ ਪੰਜਾਬ ਦੀ ਸਟੇਟ ਇਕਨੋਮੀ 'ਤੇ 38,000 ਕਰੋੜ ਰੁਪਈਆ ਹੈ ਜੀ। ਇਹਦਾ ਮਤਲਬ ਕਿ ਸਾਡੇ ਜਿਹੜੀ ਪੰਜਾਬ ਦੀ ਇੱਕ ਬੱਚਾ ਆ ਜਿਹੜਾ, ਉਹ 25,000 ਰੁਪਏ ਦਾ ਕਰਜ਼ ਲੈ ਕੇ ਨਾਲ ਜੰਮ ਰਿਹਾ ਜੀ ਅੱਜ। ਹੁਣ ਆਪਾਂ ਅੱਗੇ ਆ ਜਾਂਦੇ ਹਾਂ 2020 ਦੇ ਵਿੱਚ, ਅੱਜ ਆ ਜਾਂਦੇ ਹਾਂ। ਇਹ ਫਿਰ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ, ਸਾਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਫਿਰ ਆ ਕੇ ਆਪਾਂ ਗੱਲ ਕਰ ਲੈਂਦੇ ਕਿ ਜਦੋਂ ਆਪਾਂ ਅੱਗੇ ਗੱਲ ਕੀਤੀ ਕਿ ਜਦੋਂ ਜਵਾਨੀ ਨੂੰ ਕਿਸਾਨੀ ਨਾਲ ਖੜਾ ਕਰ ਦਿੱਤਾ ਇਹਨਾਂ ਨੇ। ਸੋ ਇਹ ਜਿਹੜੇ ਲੋਕ ਨੇ ਦਿੱਲੀ ਬੈਠੇ, ਜਿੱਦਾਂ ਇੱਕ ਅੱਜ ਕੱਲ੍ਹ WhatsApp ਜਿਹੜੇ ਕਾਫੀ ਫੇਮਸ ਹੋਏ, ਉਹਦੇ ਵਿੱਚ ਇੱਕ ਆਇਆ ਸੀ, ਕਹਿੰਦੇ ਕਿ ਜੇ ਤੁਸੀਂ ਇੱਕ ਨਾ ਚੰਗੀ ਨਸਲ ਦਾ ਕੁੱਤਾ ਪਾਲ ਲਿਓ, ਤੁਸੀਂ ਉੱਤੇ ਯਕੀਨ ਕਰ ਲਿਓ, ਪਰ ਦਿੱਲੀ ਜਿਹੜੇ ਤੁਸੀਂ ਚੁਣ ਕੇ ਭੇਜਦੇ, ਇਹਨਾਂ 'ਤੇ ਕਦੀ ਯਕੀਨ ਨਾ ਕਰਿਓ। ਸੋ ਇਹ ਕਿਉਂਕਿ ਜਿਹੜੀ ਸਿਆਸਤ ਹੁੰਦੀ ਹੈ ਨਾ, ਉਹ ਲਈ ਇੱਕ ਚੰਗੇ ਕਹਿ ਲਓ ਕਿ ਇਨਸਾਨ ਦੀ ਲੋੜ ਹੁੰਦੀ ਨੇ। ਉਹ ਜਿਹੜੀ ਉਹ ਲੋੜ ਆ, ਉਹ ਬਹੁਤ ਜ਼ਰੂਰੀ ਆ ਜੀ। ਇਹ ਲੋਕ ਜਿਹੜੇ ਆ ਜਿਨ੍ਹਾਂ ਨੇ ਕਦੀ ਅੱਜ ਤੱਕ ਸਾਡੇ ਨਾਲ 4 ਵਾਰੀ ਹੋ ਚੁੱਕਾ ਹੈ ਜੀ, 47 ਤੋਂ ਲੈ ਕੇ ਅੱਜ ਤੱਕ ਕਦੀ ਪੰਜਾਬ ਦਾ ਸਾਥ ਨਹੀਂ ਦਿੱਤਾ। ਇਹਨਾਂ ਨੇ ਹਮੇਸ਼ਾ ਸਾਡੇ 'ਚ ਵੰਡੀਆਂ ਪਾਈਆਂ ਨੇ, ਸਾਡੀ ਕਹਿ ਲਓ ਕਿ ਪਹਿਲਾਂ ਇੰਟਰਨੈਸ਼ਨਲ ਲੈਵਲ 'ਤੇ ਪਾਈਆਂ, ਫਿਰ ਸਟੇਟਹੁੱਡ 'ਤੇ ਪਾਈਆਂ। ਜਦੋਂ ਉੱਥੇ ਵੀ ਨਹੀਂ ਸਰਿਆ, ਹੁਣ ਸਾਡੇ ਆਪਸ ਦੇ ਵਿੱਚ ਸਾਨੂੰ ਜਿਹੜੀ ਕਿ ਸੁਸਾਇਟੀ ਨੂੰ ਵੰਡਣ ਤੱਕ ਆ ਗਏ ਆ ਜੀ। ਸੋ ਮੇਰੀ ਇਹੀ ਰਿਕੁਐਸਟ ਆ ਕਿ ਕਿਸੇ ਵੀ ਤੁਸੀਂ ਗਰਮ ਖਿਆਲੀ ਦੇ ਜਿਹੜੇ ਉੱਥੇ ਕੋਈ ਵੀ ਗਰਮ ਖਿਆਲੀ ਭਾਸ਼ਣ ਦੇ ਰਹੇ, ਉਹਨਾਂ ਦੇ ਮਗਰ ਲਾ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹੈਗੇ ਆ, ਉਹਨਾਂ 'ਤੇ ਕੋਈ ਉਂਗਲੀ ਨਾ ਚੱਕਿਓ, ਕੁਐਸਚਨ ਨਾ ਕਰੋ, ਕੋਈ ਉਹਨਾਂ ਦੀ ਸਾਰੀ ਉਮਰ ਲੰਘਾ ਦਿੱਤੀ ਜੀ ਇਹਨਾਂ ਚੀਜ਼ਾਂ ਦੇ ਉੱਤੇ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਆ, ਇਹਨਾਂ ਦੇ ਜਿਹੜੇ ਲਾਰੇ ਹੁੰਦੇ ਆ ਜਾਂ ਵਾਅਦੇ ਹੁੰਦੇ ਆ, ਜਿਹੜੇ 5 ਸਾਲ ਬਾਅਦ ਸਾਨੂੰ ਕਰ ਜਾਂਦੇ ਆ, ਉਹ ਕਹਿੰਦੇ ਕਿ ਠੰਡੇ ਬਸਤੇ ਨਹੀਂ ਪਾਇਆ ਨਾ, ਕਦੀ ਖਰਾਬ ਨਹੀਂ ਹੁੰਦੇ ਹੈਗੇ। ਕੁੱਲ ਮਿਲਾ ਕੇ ਵੀ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਅੰਦੋਲਨ ਨੂੰ ਤਾਰਪੀੜੋ ਕਰਨ 'ਚ ਲੱਗੇ। ਸਰਕਾਰ ਤਾਂ ਕਿਤੇ ਨਾ ਕਿਤੇ ਕੋਸ਼ਿਸ਼ਾਂ ਕਰਦੀ ਆ, ਉਹ ਤਾਂ ਜ਼ਾਹਰੀ ਤੌਰ 'ਤੇ ਕਰੇਗੀ ਵੀ, ਕਿਉਂਕਿ ਉਹਦੇ ਖਿਲਾਫ ਹੈ। ਸਾਡੇ ਆਪਣੇ ਲੋਕ ਵੀ ਕਈ ਹੈਗੇ ਆ, ਉਹਨਾਂ ਤੋਂ ਬਚਣ ਦੀ ਲੋੜ ਆ, ਉਹਨਾਂ ਦੀਆਂ ਬਿਆਨਬਾਜ਼ੀਆਂ ਨੂੰ ਸੰਭਲ ਕੇ ਲੈਣ ਦੀ ਲੋੜ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਸਾਡੇ ਵਿੱਚ ਹੀ ਜੇ ਕੋਈ ਕਾਲੀਆਂ ਭੇਡਾਂ ਹੈਗੀਆਂ ਇਸ ਅੰਦੋਲਨ ਨੂੰ ਕਿਸੇ ਹੋਰ ਲੀਹ ਵੱਲ ਤੋਰਨ ਦੀ ਕੋਸ਼ਿਸ਼ ਕਰਦੀਆਂ, ਸਾਨੂੰ ਉਹਦੇ ਤੋਂ ਸੰਭਲਣ ਦੀ ਲੋੜ ਹੈ। ਵਿਸ਼ਵਾਸ ਕਰੋ, ਕਿਸਾਨ ਅੰਦੋਲਨ ਦੇ ਕਿਸਾਨ ਆਗੂ ਜਿਹੜੇ ਨੇ, ਉਹ ਬੜੀ ਸੋਚੀ ਸਮਝੀ ਜਿਹੜੀ ਉਹ ਤਕਨੀਕ ਦੇ ਨਾਲ ਅੱਗੇ ਵਧ ਰਹੇ ਨੇ। ਤਜਰਬਾ ਹੈਗਾ ਉਹਨਾਂ ਦੇ ਕੋਲ, ਹਾਲੇ ਤੱਕ ਭਵਿੱਖ ਦੀ ਨਹੀਂ ਗੱਲ ਕਰਦੇ, ਹੁਣ ਤੱਕ ਜਿਹੜੇ ਫੈਸਲੇ ਲਏ, ਉਹ ਫੈਸਲੇ ਪ੍ਰਵਾਨ ਵੀ ਚੜ੍ਹੇ ਆ, ਉਹ ਫੈਸਲੇ ਚੰਗੇ ਵੀ ਰਹੇ ਆ, ਔਰ ਲੋਕਾਂ ਦਾ ਵਿਸ਼ਵਾਸ ਵੀ ਉਹਨਾਂ ਦੇ ਵਿੱਚ ਵਧਿਆ, ਤੇ ਇਦਾਂ ਦਾ ਵਿਸ਼ਵਾਸ ਬਣਿਆ ਵੀ ਰਹਿਣਾ ਚਾਹੀਦਾ। ਇਸ ਗੱਲ ਦੀ ਅਸੀਂ ਉਮੀਦ ਵੀ ਰੱਖਦੇ ਹਾਂ। ਫਿਲਹਾਲ ਇਹਨੇ ਦੇ ਨਾਲ ਆਪਣੇ ਜਸਵੀਰ ਤੇ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।